ਮੈਂ ਰਵੀ ਦੀ ਦੁਲਹਨ ਬਣੀ ਬੈਠੀ ਸੀ। ਮੈਂ ਬਹੁਤ ਖੁਸ਼ ਸੀ ਆਪਣੇ ਵਿਆਹ ਤੋਂ। ਮੇਰਾ ਨਾਮ ਜੋਤੀ ਹੈ। ਮੈਂ ਇੱਕ ਯੂਨੀਵਰਸਿਟੀ ਦੀ ਸਟੂਡੈਂਟ ਹਾਂ ਅਤੇ ਇੱਕ ਗਰੀਬ ਘਰ ਤੋਂ ਸੰਬੰਧ ਰੱਖਦੀ ਹਾਂ, ਪਰ ਮੇਰੇ ਮਾਤਾ ਪਿਤਾ ਨੇ ਮੈਨੂੰ ਚੰਗੀ ਸਿੱਖਿਆ ਦਿਵਾਈ। ਮੈਂ ਆਪਣੀ ਯੂਨੀਵਰਸਿਟੀ ਦੀ ਇੱਕ ਚੰਗੀ ਸਟੂਡੈਂਟ ਸੀ। ਇਸ ਤਰ੍ਹਾਂ ਹੀ ਮੈਨੂੰ ਕਾਬਲ ਲੋਕ ਬਹੁਤ ਪਸੰਦ ਆਉਂਦੇ ਸਨ। ਯੂਨੀਵਰਸਿਟੀ ਦੇ ਵਿੱਚ ਹੀ ਮੈਨੂੰ ਰੰਜਨ ਬਹੁਤ ਪਸੰਦ ਸੀ। ਰੰਜਨ ਇੱਕ ਬਹੁਤ ਹੀ ਹੈਂਡਸਮ ਅਤੇ ਕਾਬਲ ਲੜਕਾ ਸੀ ਅਤੇ ਰੰਜਨ ਵੀ ਮੈਨੂੰ ਪਸੰਦ ਕਰਦਾ ਸੀ। ਉਹ ਦੇਖਣ ਦੇ ਵਿੱਚ ਬਹੁਤ ਸੁੰਦਰ ਸੀ ਅਤੇ ਮੈਂ ਵੀ ਇੰਨੀ ਸੁੰਦਰ ਸੀ ਕਿ ਜਿਸ ਨੂੰ ਦੇਖੋ ਮੇਰੇ ਤੇ ਫਿਦਾ ਹੋ ਜਾਂਦਾ ਸੀ। ਅਤੇ ਦੋਵੇਂ 1 ਸਾਲ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਹੀ ਮਿਲੇ ਸੀ। ਉਹ 3rd ਈਅਰ ਦਾ ਸਟੂਡੈਂਟ ਸੀ ਅਤੇ ਮੈਂ ਯੂਨੀਵਰਸਿਟੀ ਦੇ ਵਿੱਚ ਨਵੀਂ ਸੀ। ਉਸ ਦਿਨ ਰੰਜਨ ਨੇ ਮੇਰੀ ਕਲਾਸ ਲੱਭਣ ਦੇ ਵਿੱਚ ਮੇਰੀ ਮਦਦ ਕੀਤੀ ਸੀ। ਮੈਨੂੰ ਉਸ ਦੀ ਸ਼ਕਲ ਤੋਂ ਜ਼ਿਆਦਾ ਉਸ ਦਾ ਸੁਭਾਅ ਪਸੰਦ ਆਇਆ ਸੀ। ਹੌਲੀ ਹੌਲੀ ਸਾਡੀ ਦੋਹਾਂ ਦੀ ਗੱਲਬਾਤ ਵਧਣ ਲੱਗੀ। ਫਿਰ ਇੱਕ ਦਿਨ ਉਸਨੇ ਮੈਨੂੰ ਪ੍ਰਪੋਜ਼ ਕਰ ਦਿੱਤਾ। ਉਸ ਦਿਨ ਮੈਂ ਬਹੁਤ ਜ਼ਿਆਦਾ ਖੁਸ਼ ਸੀ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਯੂਨੀਵਰਸਿਟੀ ਤੋਂ ਘਰ ਆ ਕੇ ਮੈਂ ਆਪਣੇ ਸਟੂਡੈਂਟਾਂ ਨੂੰ ਵੀ ਛੁੱਟੀ ਦੇ ਦਿੱਤੀ ਕਿਉਂਕਿ ਮੇਰੇ ਦਿਮਾਗ ਦੇ ਵਿੱਚੋਂ ਰੰਜਨ ਦਾ ਖਿਆਲ ਨਿਕਲ ਹੀ ਨਹੀਂ ਰਿਹਾ ਸੀ। ਉਸ ਦਿਨ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ, ਪਰ ਮੈਂ ਚਾਹੁੰਦੀ ਸੀ ਕਿ ਸਾਡਾ ਦੋਹਾਂ ਦਾ ਰਿਸ਼ਤਾ ਮਜ਼ਬੂਤ ਬਣੇ ਅਤੇ ਅਸੀਂ ਵਿਆਹ ਕਰ ਲਈਏ। ਅਗਲੇ ਹੀ ਦਿਨ ਮੈਂ ਉਸ ਨੂੰ ਇਹੀ ਗੱਲ ਦੱਸੀ ਅਤੇ ਉਹ ਮੰਨ ਵੀ ਗਿਆ। ਘਰ ਦੇ ਵਿੱਚ ਆ ਕੇ ਮੈਂ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ। ਉਹਨਾਂ ਨੂੰ ਡਰ ਸੀ ਕਿ ਕਿਤੇ ਮੇਰੇ ਪਾਪਾ ਮੈਨੂੰ ਕੁਝ ਕਹਿ ਨਾ ਦੇਣ ਕਿਉਂਕਿ ਉਹ ਥੋੜੀ ਪੁਰਾਣੀ ਸੋਚਦੇ ਸਨ, ਪਰ ਮੈਂ ਜਾਣਦੀ ਸੀ ਕਿ ਉਹ ਮੇਰੀ ਇੱਛਾ ਦਾ ਸਨਮਾਨ ਕਰਨਗੇ। ਪਾਪਾ ਵੀ ਰੰਜਨ ਦੇ ਨਾਲ ਮੇਰੇ ਰਿਸ਼ਤੇ ਦੇ ਲਈ ਮੰਨ ਗਏ ਸਨ ਅਤੇ ਠੀਕ ਉਵੇਂ ਹੀ ਹੋਇਆ। ਉਹ ਵੀ ਮੇਰੇ ਇਸ ਰਿਸ਼ਤੇ ਦੇ ਲਈ ਮੰਨ ਗਏ। ਮੈਨੂੰ ਕਿਹਾ ਕਿ ਰੰਜਨ ਨੂੰ ਕਹੋ ਉਹ ਆਪਣੇ ਘਰ ਵਾਲਿਆਂ ਨੂੰ ਲੈ ਕੇ ਆਵੇ। ਲਗਭਗ 1 ਹਫ਼ਤੇ ਦੇ ਬਾਅਦ ਰੰਜਨ ਦੇ ਘਰ ਵਾਲੇ ਸਾਡੇ ਘਰ ਦੇ ਵਿੱਚ ਆ ਗਏ ਅਤੇ ਸਾਡੇ ਰਿਸ਼ਤੇ ਦੀ ਗੱਲ ਚੱਲਣ ਲੱਗੀ। ਮੈਨੂੰ ਇਹ ਸਭ ਕੁਝ ਕਿਸੇ ਸੁਪਨੇ ਤੋਂ ਘੱਟ ਨਹੀਂ ਲੱਗ ਰਿਹਾ ਸੀ। ਇੰਨਾ ਸਭ ਕੁਝ ਇੰਨੀ ਜਲਦੀ ਅਤੇ ਇੰਨਾ ਵਧੀਆ ਕਿਵੇਂ ਹੋ ਸਕਦਾ ਹੈ? ਮੈਨੂੰ ਕੁਝ ਦਿਨਾਂ ਤੱਕ ਤਾਂ ਯਕੀਨ ਹੀ ਨਹੀਂ ਆਇਆ ਸੀ ਕਿਉਂਕਿ ਮੈਂ ਹਮੇਸ਼ਾ ਸੁਣਿਆ ਸੀ ਕਿ ਜਿੱਥੇ ਪਿਆਰ ਹੋਵੇ ਉੱਥੇ ਸਮਾਜ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ, ਪਰ ਮੇਰੀ ਕਹਾਣੀ ਦੇ ਵਿੱਚ ਅਜਿਹਾ ਕੁਝ ਨਹੀਂ ਹੋਇਆ ਸੀ ਅਤੇ ਮੈਂ ਆਪਣੀ ਕਹਾਣੀ ਦੀ ਇਸ ਤਰ੍ਹਾਂ ਦੀ ਹੈਪੀ ਐਂਡਿੰਗ ਚਾਹੁੰਦੀ ਸੀ। ਰੰਜਨ ਦੇ ਘਰ ਵਾਲਿਆਂ ਨੂੰ ਮਿਲ ਕੇ ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਇਸ ਰਿਸ਼ਤੇ ਦੇ ਲਈ ਖੁਸ਼ ਨਹੀਂ ਹਨ, ਪਰ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਉਸ ਸਮੇਂ ਮੈਨੂੰ ਆਪਣੀ ਖੁਸ਼ੀ ਦੇ ਅੱਗੇ ਕੁਝ ਵੀ ਨਹੀਂ ਦਿਖ ਰਿਹਾ ਸੀ, ਪਰ ਕੋਈ ਸੀ ਜੋ ਮੇਰੇ ਇਸ ਖੁਸ਼ੀ ਤੋਂ ਖੁਸ਼ ਨਹੀਂ ਸੀ। 4 ਮਹੀਨਿਆਂ ਬਾਅਦ ਸਾਡਾ ਵਿਆਹ ਪੱਕਾ ਹੋ ਗਿਆ ਸੀ। ਇਹ 4 ਮਹੀਨੇ ਹੀ ਲੰਘ ਗਏ। ਮੈਂ ਰੰਜਨ ਦੀ ਦੁਲਹਨ ਬਣਨ ਦੇ ਲਈ ਬਹੁਤ ਉਤਾਵਲੀ ਸੀ ਅਤੇ ਬਹੁਤ ਖੁਸ਼ ਵੀ ਸੀ ਕਿ ਮੈਨੂੰ ਮੇਰਾ ਪਿਆਰ ਮਿਲਣ ਵਾਲਾ ਹੈ। ਅੱਜ ਮੇਰੇ ਰੰਜਨ ਦੇ ਨਾਮ ਦੀ ਮਹਿੰਦੀ ਅਤੇ ਬਟਨਾ ਲੱਗਿਆ ਸੀ। ਮੈਂ ਬਹੁਤ ਖੁਸ਼ ਸੀ। ਮੈਂ ਆਪਣੇ ਆਉਣ ਵਾਲੇ ਪਲਾਂ ਦੇ ਬਾਰੇ ਸੋਚ ਕੇ ਮੁਸਕਰਾ ਰਹੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਆਉਣ ਵਾਲਾ ਸਮਾਂ ਮੇਰੀ ਜ਼ਿੰਦਗੀ ਬਿਲਕੁਲ ਬਦਲ ਕੇ ਰੱਖ ਦੇਵੇਗਾ। ਰੰਜਨ ਦੇ ਘਰ ਵਾਲੇ ਵੀ ਕੁਝ ਰਸਮਾਂ ਕਰਨ ਦੇ ਲਈ ਸਾਡੇ ਘਰ ਆਏ ਸਨ, ਪਰ ਰਸਮਾਂ ਕਰਦੇ ਸਮੇਂ ਰੰਜਨ ਦੇ ਘਰ ਵਾਲਿਆਂ ਨੇ ਮੈਨੂੰ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਨ੍ਹਾਂ ਨੂੰ ਸੁਣ ਕੇ ਮੈਂ ਘਬਰਾ ਗਈ। ਪਰ ਮੈਂ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਵਿਆਹ ਹੋ ਜਾਵੇ ਬਿਨਾਂ ਕਿਸੇ ਰੁਕਾਵਟ ਦੇ। ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ ਕਿਉਂਕਿ ਰੰਜਨ ਦੀ ਮੰਮੀ ਨੇ ਮੈਨੂੰ ਕਿਹਾ ਸੀ ਕਿ ਮੈਂ ਆਪਣੇ ਬੇਟੇ ਦਾ ਇੰਨੀ ਜਲਦੀ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਅਤੇ ਜੇਕਰ ਵਿਆਹ ਕਰਦੀ ਵੀ ਤਾਂ ਆਪਣੇ ਬਰਾਬਰ ਦੇ ਖਾਨਦਾਨ ਦੇ ਵਿੱਚ ਕਰਦੀ। ਮੈਨੂੰ ਹਮੇਸ਼ਾ ਤੋਂ ਆਪਣੇ ਬੇਟੇ ਦੇ ਲਈ ਇੱਕ ਅਮੀਰ ਲੜਕੀ ਚਾਹੀਦੀ ਸੀ। ਰੰਜਨ ਦੀ ਮੰਮੀ ਦੀਆਂ ਇਹ ਗੱਲਾਂ ਮੈਨੂੰ ਉਸ ਸਮੇਂ ਤਾਂ ਬਿਲਕੁਲ ਵੀ ਸਮਝ ਨਹੀਂ ਆਈਆਂ ਸਨ, ਪਰ ਉਹਨਾਂ ਦੀਆਂ ਗੱਲਾਂ ਦਾ ਸਿੱਟਾ ਜੋ ਬਾਅਦ ਦੇ ਵਿੱਚ ਨਿਕਲਿਆ ਉਹ ਬਹੁਤ ਡਰਾਉਣ ਵਾਲਾ ਸੀ। ਉਸ ਸਮੇਂ ਤਾਂ ਮੈਂ ਇਹ ਸੋਚ ਕੇ ਉਹਨਾਂ ਦੀਆਂ ਗੱਲਾਂ ਬਰਦਾਸ਼ਤ ਕਰ ਲਈਆਂ ਸਨ ਕਿ ਰੰਜਨ ਦੇ ਨਾਲ ਵਿਆਹ ਹੋਣ ਤੋਂ ਬਾਅਦ ਮੈਂ ਉਹਨਾਂ ਦਾ ਦਿਲ ਜਿੱਤ ਕੇ ਸਭ ਕੁਝ ਠੀਕ ਕਰ ਦਿਆਂਗੀ, ਪਰ ਮੇਰੀ ਕਿਸਮਤ ਦੇ ਵਿੱਚ ਸ਼ਾਇਦ ਇਹ ਸਭ ਕੁਝ ਸੀ ਹੀ ਨਹੀਂ। ਮੈਂ ਦੁਲਹਨ ਬਣ ਕੇ ਬੈਠੀ ਆਪਣੇ ਲਾੜੇ ਦਾ ਇੰਤਜ਼ਾਰ ਕਰ ਰਹੀ ਸੀ, ਪਰ ਰੰਜਨ ਬਰਾਤ ਲੈ ਕੇ ਨਹੀਂ ਆਇਆ। ਉਸ ਸਮੇਂ ਹੀ ਮੇਰਾ ਦਿਲ ਟੁੱਟ ਗਿਆ ਸੀ। ਮੈਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹੀ ਇਨਸਾਨ ਜਿਸ ਤੇ ਮੈਨੂੰ ਇੰਨਾ ਭਰੋਸਾ ਸੀ ਉਹ ਮੇਰਾ ਦਿਲ ਤੋੜ ਸਕਦਾ ਹੈ। ਕਿ ਉਹ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਸੀ। ਕਿ ਰੰਜਨ ਨੇ ਸਾਡੇ ਇੰਨੇ ਗੂੜੇ ਪਿਆਰ ਨੂੰ ਭੁਲਾ ਦਿੱਤਾ। ਜਦੋਂ ਮੈਂ ਇਹ ਸਭ ਕੁਝ ਸੋਚ ਰਹੀ ਸੀ ਤਾਂ ਮੈਨੂੰ ਕਿਸੇ ਦੇ ਡਿੱਗਣ ਦੀ ਆਵਾਜ਼ ਆਈ। ਜਦੋਂ ਮੈਂ ਆਪਣੇ ਹੋਸ਼ ਦੇ ਵਿੱਚ ਆਈ ਤਾਂ ਮੈਂ ਦੇਖਿਆ ਕਿ ਮੇਰੀ ਮਾਂ ਜ਼ਮੀਨ ਤੇ ਡਿੱਗੀ ਹੋਈ ਸੀ। ਮੇਰਾ ਦਿਲ ਡਰ ਗਿਆ, ਮੇਰੇ ਹੱਥ ਕੰਬਣ ਲੱਗੇ ਅਤੇ ਮੈਨੂੰ ਆਪਣਾ ਆਪ ਛੋਟਾ ਮਹਿਸੂਸ ਹੋ ਰਿਹਾ ਸੀ। ਮੇਰੇ ਕਾਰਨ ਮੇਰੇ ਪਰਿਵਾਰ ਦੇ ਵਿੱਚ ਭੁਚਾਲ ਆ ਗਿਆ ਸੀ। ਮੇਰੀ ਮਾਂ ਸਦਮੇ ਦੇ ਨਾਲ ਬੇਹੋਸ਼ ਹੋ ਗਈ ਸੀ। ਮੇਰੇ ਪਿਤਾ ਜੀ ਦਾ ਬੁਰਾ ਹਾਲ ਹੋ ਚੁੱਕਿਆ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ।
ਪਹਿਲਾਂ ਹੀ ਮੈਂ ਇੰਨਾ ਵੱਡਾ ਸਦਮਾ ਲੈ ਚੁੱਕੀ ਸੀ। ਹੁਣ ਮੈਨੂੰ ਕੁਝ ਹੋਰ ਗਵਾਉਣ ਦਾ ਡਰ ਲੱਗਣ ਲੱਗਿਆ ਸੀ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸਨ। ਸਾਡੇ ਪਰਿਵਾਰ ਦੇ ਇਸ ਹਾਲਤ ਨੂੰ ਦੇਖ ਕੇ ਉੱਥੇ ਮੌਜੂਦ ਇੱਕ ਇਨਸਾਨ ਨੂੰ ਸਾਡੇ ਤੇ ਤਰਸ ਆਇਆ ਸੀ। ਉਹ ਜਲਦੀ ਨਾਲ ਅੱਗੇ ਵਧਿਆ। ਮੇਰੀ ਮਦਦ ਦੇ ਨਾਲ ਉਹ ਮਾਂ ਨੂੰ ਕਮਰੇ ਦੇ ਵਿੱਚ ਲੈ ਗਿਆ ਅਤੇ ਡਾਕਟਰ ਨੂੰ ਕਲੀਨਿਕ ਦੇ ਵਿੱਚੋਂ ਬੁਲਾ ਲਿਆ। ਡਾਕਟਰ ਨੇ ਮਾਂ ਨੂੰ ਦੇਖ ਕੇ ਕਿਹਾ ਕਿ ਉਹਨਾਂ ਨੂੰ ਸਦਮਾ ਲੱਗਿਆ ਹੈ ਅਤੇ ਕਿਹਾ ਕਿ ਉਹਨਾਂ ਨੂੰ ਹੁਣ ਕੋਈ ਟੈਨਸ਼ਨ ਨਾ ਦਿੱਤੀ ਜਾਵੇ। ਇਹ ਉਹਨਾਂ ਦੀ ਜਾਨ ਦੇ ਲਈ ਖਤਰਾ ਹੋ ਸਕਦਾ ਹੈ। ਉਹਨਾਂ ਨੂੰ ਇੱਕ ਮਾਮੂਲੀ ਅਟੈਕ ਆਇਆ ਸੀ ਅਤੇ ਡਾਕਟਰ ਨੇ ਉਹਨਾਂ ਨੂੰ ਇੱਕ ਇੰਜੈਕਸ਼ਨ ਲਗਾ ਦਿੱਤਾ ਸੀ। ਜਿਸ ਨੇ ਮੇਰੀ ਮਦਦ ਕੀਤੀ ਸੀ ਉਹ ਇੱਕ 16 ਸਾਲ ਦਾ ਲੜਕਾ ਸੀ। ਮੈਂ ਉਸ ਲੜਕੇ ਨੂੰ ਦੇਖ ਕੇ ਬਹੁਤ ਭਾਵੁਕ ਹੋ ਚੁੱਕੀ ਸੀ। ਇੰਨੇ ਵੱਡੇ ਵਿਆਹ ਦੇ ਵਿੱਚ ਕਿਸੇ ਇੱਕ ਨੇ ਵੀ ਮੇਰੀ ਮਦਦ ਨਹੀਂ ਕੀਤੀ ਅਤੇ ਉਹ 16 ਸਾਲ ਦਾ ਲੜਕਾ ਬਿਨਾਂ ਕੁਝ ਸੋਚੇ ਮੇਰੀ ਮਦਦ ਦੇ ਲਈ ਅੱਗੇ ਆਇਆ ਸੀ। ਮੈਂ ਰਵੀ ਨੂੰ ਕਿਹਾ ਸੀ ਕਿ ਮੇਰੇ ਪਿਤਾ ਜੀ ਨੂੰ ਘਰ ਤੱਕ ਛੱਡ ਆਓ। ਰਵੀ ਮੇਰਾ ਇੱਕ ਸਟੂਡੈਂਟ ਸੀ ਜਿਸ ਨੇ ਮੇਰੀ ਮਦਦ ਕੀਤੀ ਸੀ, ਕਿਉਂਕਿ ਮੇਰੇ ਪਾਪਾ ਖੁਦ ਮੇਰੇ ਰਿਸ਼ਤੇ ਦੇ ਟੁੱਟਣ ਦੇ ਕਾਰਨ ਬਹੁਤ ਕਮਜ਼ੋਰ ਹੋ ਗਏ ਸਨ। ਕਰੀਬ 1.5 ਘੰਟੇ ਦੇ ਬਾਅਦ ਮਾਂ ਨੂੰ ਹੋਸ਼ ਆ ਗਿਆ, ਪਰ ਮਾਂ ਅਜੇ ਵੀ ਆਪਣੇ ਉਹਨਾਂ ਵਿਚਾਰਾਂ ਦੇ ਵਿੱਚ ਹੀ ਗਵਾਚੀ ਹੋਈ ਸੀ ਕਿ ਉਸ ਸਮੇਂ ਹੀ ਰਵੀ ਦੀ ਮੰਮੀ ਲక్ష్ਮੀ ਆਂਟੀ ਮੰਮੀ ਦੇ ਕੋਲ ਆ ਕੇ ਬੈਠ ਗਈ ਅਤੇ ਉਹਨਾਂ ਨੂੰ ਤਸੱਲੀ ਦੇਣ ਲੱਗੀ। ਰਵੀ ਦੀ ਮੰਮੀ ਅਤੇ ਮੇਰੀ ਮਾਂ ਉਹ ਦੋਨੋਂ ਬਹੁਤ ਚੰਗੀਆਂ ਦੋਸਤ ਸਨ। ਰਵੀ ਦੀ ਮੰਮੀ ਨੇ ਮੇਰੀ ਮੰਮੀ ਦਾ ਹਰ ਬੁਰੇ ਸਮੇਂ ਦੇ ਵਿੱਚ ਸਾਥ ਦਿੱਤਾ ਸੀ ਅਤੇ ਹੁਣ ਵੀ ਜਿਵੇਂ ਉਹ ਮੇਰੀ ਮਾਂ ਦਾ ਸਾਥ ਦੇਣ ਦੇ ਲਈ ਤਿਆਰ ਬੈਠੀ ਸੀ। ਮੈਂ ਘਰ ਦੇ ਕੰਮਾਂ ਦੇ ਵਿੱਚ ਉਲਝੀ ਹੋਈ ਸੀ ਕਿ ਉਸ ਸਮੇਂ ਹੀ ਲక్ష్ਮੀ ਆਂਟੀ ਨੇ ਮੇਰੀ ਮਾਂ ਦੇ ਸਾਹਮਣੇ ਇੱਕ ਗੱਲ ਰੱਖੀ ਕਿ ਉਹ ਮੇਰਾ ਵਿਆਹ ਆਪਣੇ ਬੇਟੇ ਰਵੀ ਦੇ ਨਾਲ ਕਰਨਾ ਚਾਹੁੰਦੀ ਹੈ। ਮੇਰੀ ਮਾਂ ਨੂੰ ਇਹ ਸਭ ਠੀਕ ਲੱਗਿਆ ਅਤੇ ਉਹਨਾਂ ਨੇ ਹਾਂ ਵੀ ਕਰ ਦਿੱਤੀ, ਪਰ ਮੈਨੂੰ ਇਹ ਸਭ ਮਨਜ਼ੂਰ ਨਹੀਂ ਸੀ। ਮੈਨੂੰ ਜਿਵੇਂ ਹੀ ਇਹ ਗੱਲ ਪਤਾ ਲੱਗੀ ਤਾਂ ਮੈਂ ਪੂਰੇ ਘਰ ਨੂੰ ਸਿਰ ਤੇ ਚੱਕ ਲਿਆ। ਮੈਂ ਆਪਣੇ ਸਟੂਡੈਂਟ ਦੇ ਨਾਲ ਕਿਵੇਂ ਵਿਆਹ ਕਰ ਸਕਦੀ ਸੀ ਅਤੇ ਵੈਸੇ ਵੀ ਰਵੀ ਅਜੇ ਸਿਰਫ 16 ਸਾਲ ਦਾ ਸੀ। ਉਹ ਕਿਵੇਂ ਇਸ ਰਿਸ਼ਤੇ ਨੂੰ ਨਿਭਾ ਸਕਦਾ ਸੀ, ਕਿਵੇਂ ਰਿਸ਼ਤੇ ਦੀ ਜ਼ਿੰਮੇਵਾਰੀਆਂ ਨੂੰ ਸਮਝ ਸਕਦਾ ਸੀ। ਪਰ ਇਹ ਗੱਲ ਪਤਾ ਨਹੀਂ ਕਿਉਂ ਮੇਰੀ ਮਾਂ ਅਤੇ ਲక్ష్ਮੀ ਆਂਟੀ ਨੂੰ ਸਮਝ ਨਹੀਂ ਆ ਰਹੀ ਸੀ। ਮੈਂ ਉਹਨਾਂ ਨੂੰ ਇਹ ਗੱਲ ਸਮਝਾਉਣਾ ਚਾਹੁੰਦੀ ਸੀ, ਪਰ ਮੇਰੀ ਮਾਂ ਨੇ ਮੇਰੀ ਇੱਕ ਨਾ ਸੁਣੀ ਤੇ ਉਲਟਾ ਮੈਨੂੰ ਹੋਰ ਧਮਕੀਆਂ ਦੇਣ ਲੱਗੀ। ਕਹਿਣ ਲੱਗੀ, ਜੇਕਰ ਤੂੰ ਇਸ ਵਿਆਹ ਦੇ ਲਈ ਨਾ ਮੰਨੀ ਤਾਂ ਮੇਰਾ ਮਰਿਆ ਹੋਇਆ ਮੂੰਹ ਦੇਖੇਂਗੀ ਅਤੇ ਮੈਂ ਤੁਹਾਨੂੰ ਕਦੇ ਮਾਫ ਨਹੀਂ ਕਰਾਂਗੀ। ਮਾਂ ਦੇ ਨਾਲ ਨਾਲ ਪਾਪਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਵਿਆਹ ਰਵੀ ਦੇ ਨਾਲ ਕਰਵਾਉਣਾ ਚਾਹੁੰਦੇ ਸਨ। ਮਾਂ ਨੇ ਜ਼ਬਰਦਸਤੀ ਮੇਰਾ ਵਿਆਹ ਰਵੀ ਦੇ ਨਾਲ ਕਰਵਾ ਦਿੱਤਾ। ਸਾਡੇ ਵਿਆਹ ਦੇ ਫੇਰਿਆਂ ਦੇ ਸਮੇਂ ਮੇਰੇ ਹੰਝੂ ਨਿਕਲ ਰਹੇ ਸਨ। ਮੇਰੇ ਪੈਰ ਮੇਰਾ ਸਾਥ ਨਹੀਂ ਦੇ ਰਹੇ ਸਨ। ਰਵੀ ਨੇ ਮੇਰਾ ਹੱਥ ਫੜਿਆ ਹੋਇਆ ਸੀ, ਪਰ ਮੈਨੂੰ ਉਸ ਸਮੇਂ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਇਸ ਤਰ੍ਹਾਂ ਹੀ ਮੇਰਾ ਵਿਆਹ ਹੋ ਗਿਆ। ਵਿਦਾਈ ਦਾ ਸਮਾਂ ਆ ਗਿਆ। ਮੇਰੇ ਮਾਤਾ ਪਿਤਾ ਨੇ ਮੈਨੂੰ ਅਸ਼ੀਰਵਾਦ ਦੇ ਕੇ ਵਿਦਾ ਕਰ ਦਿੱਤਾ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬੋਝ ਸੀ ਅਤੇ ਇਹ ਬੋਝ ਬਸ ਉਹਨਾਂ ਨੇ ਉਤਾਰ ਦਿੱਤਾ, ਚਾਹੇ ਕਿਸੇ ਦੇ ਨਾਲ ਵੀ ਮੇਰਾ ਵਿਆਹ ਕਰਵਾ ਕੇ। ਮੈਨੂੰ ਬਹੁਤ ਦੁੱਖ ਹੋ ਰਿਹਾ ਸੀ। ਅਜਿਹਾ ਨਹੀਂ ਸੀ ਕਿ ਰਵੀ ਕਿਸੇ ਚੰਗੀ ਫੈਮਿਲੀ ਤੋਂ ਨਹੀਂ ਸੀ, ਉਹ ਬਹੁਤ ਚੰਗੀ ਫੈਮਿਲੀ ਤੋਂ ਸੀ। ਲక్ష్ਮੀ ਆਂਟੀ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ। ਰਵੀ ਲక్ష్ਮੀ ਆਂਟੀ ਦੀ ਇੱਕੋ ਇੱਕ ਸੰਤਾਨ ਸੀ। ਲక్ష్ਮੀ ਆਂਟੀ ਕੋਲ ਬਹੁਤ ਸਾਰਾ ਪੈਸਾ ਸੀ ਅਤੇ ਉਹ ਸਾਰਾ ਰਵੀ ਦਾ ਹੀ ਸੀ। ਵਿਦਾਈ ਦੇ ਸਮੇਂ ਜਦੋਂ ਮੈਂ ਉਹਨਾਂ ਦੇ ਘਰ ਪਹੁੰਚੀ ਤਾਂ ਉਹਨਾਂ ਨੇ ਮੇਰਾ ਸਵਾਗਤ ਬਹੁਤ ਚੰਗੀ ਤਰ੍ਹਾਂ ਕੀਤਾ ਸੀ, ਪਰ ਪਤਾ ਨਹੀਂ ਕਿਉਂ ਮੇਰਾ ਦਿਲ ਕਿਸੇ ਵੀ ਚੀਜ਼ ਦੇ ਲਈ ਤਿਆਰ ਨਹੀਂ ਹੋ ਰਿਹਾ ਸੀ। ਥੋੜੀਆਂ ਰਸਮਾਂ ਤੋਂ ਬਾਅਦ ਲక్ష్ਮੀ ਆਂਟੀ ਮੈਨੂੰ ਮੇਰੇ ਕਮਰੇ ਦੇ ਵਿੱਚ ਛੱਡ ਕੇ ਚਲੀ ਗਈ। ਰਵੀ ਪੂਰੀ ਰਾਤ ਕਮਰੇ ਦੇ ਵਿੱਚ ਨਹੀਂ ਆਇਆ ਸੀ। ਮੈਂ ਰੋਂਦੀ ਰੋਂਦੀ ਸੌਂ ਗਈ ਸੀ ਅਤੇ ਮੈਂ ਇਰਾਦਾ ਕਰ ਲਿਆ ਸੀ ਕਿ ਮੈਂ ਉਸ ਨੂੰ ਕਹਿ ਦਿਆਂਗੀ ਕਿ ਉਹ ਮੈਨੂੰ ਤਲਾਕ ਦੇ ਦੇਵੇ। ਅਗਲੇ ਦਿਨ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਰੋਣ ਦੇ ਕਾਰਨ ਮੇਰੀਆਂ ਅੱਖਾਂ ਸੁੱਜ ਗਈਆਂ ਸਨ ਅਤੇ ਉਹ ਠੀਕ ਤਰ੍ਹਾਂ ਨਾਲ ਖੁੱਲ ਵੀ ਨਹੀਂ ਰਹੀਆਂ ਸਨ। ਜਦੋਂ ਮੈਂ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਰਵੀ ਮੇਰੇ ਪੈਰਾਂ ਦੇ ਕੋਲ ਬੈਠਾ ਹੋਇਆ ਸੀ। ਮੈਂ ਹੈਰਾਨ ਹੋ ਕੇ ਉੱਠ ਬੈਠੀ ਹੋਈ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਪੂਰੀ ਰਾਤ ਸੋਇਆ ਹੀ ਨਹੀਂ ਅਤੇ ਮੇਰੇ ਉੱਠਣ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਉਸ ਨੂੰ ਕੁਝ ਕਹਿਣਾ ਚਾਹੁੰਦੀ ਸੀ, ਪਰ ਸ਼ਰਮ ਦੇ ਮਾਰੇ ਕਹਿ ਨਹੀਂ ਸਕੀ। ਮੈਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ। ਮੈਨੂੰ ਜਾਗਦਾ ਦੇਖ ਕੇ ਰਵੀ ਨੇ ਮੇਰੇ ਤੋਂ ਪੁੱਛਿਆ ਕਿ ਤੁਸੀਂ ਕਿਵੇਂ ਹੋ। ਸ਼ਾਇਦ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਸ਼ਰਮ ਮਹਿਸੂਸ ਕਰ ਰਹੀ ਹਾਂ, ਇਸ ਕਰਕੇ ਉਸਨੇ ਪਹਿਲਾਂ ਮੇਰੇ ਨਾਲ ਗੱਲ ਕਰਨ ਦੀ ਸ਼ੁਰੂਆਤ ਕੀਤੀ ਸੀ। ਮੈਂ ਜਵਾਬ ਦਿੱਤਾ ਕਿ ਮੈਂ ਠੀਕ ਹਾਂ, ਮੈਂ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਿਆ, ਜੀ ਤੁਸੀਂ ਬੋਲੋ, ਮੈਂ ਸੁਣ ਰਿਹਾ ਹਾਂ। ਮੈਂ ਉਸ ਨੂੰ ਉਦਾਸ ਲਹਿਜੇ ਦੇ ਵਿੱਚ ਕਿਹਾ, ਇਹ ਸਭ ਕੁਝ ਨਹੀਂ ਹੋਣਾ ਚਾਹੀਦਾ ਸੀ। ਮੈਂ ਚਾਹੁੰਦੀ ਹਾਂ ਕਿ ਅਸੀਂ ਅਲੱਗ ਹੋ ਜਾਈਏ। ਮੈਨੂੰ ਪਤਾ ਹੈ ਕਿ ਤੁਸੀਂ ਇਸ ਰਿਸ਼ਤੇ ਤੋਂ ਰਾਜ਼ੀ ਨਹੀਂ ਹੋ ਅਤੇ ਨਾ ਹੀ ਤੁਸੀਂ ਅਜੇ ਇਹਨਾਂ ਜ਼ਿੰਮੇਵਾਰੀਆਂ ਨੂੰ ਸਮਝ ਸਕਦੇ ਹੋ। ਤੁਹਾਡੀ ਉਮਰ ਨਹੀਂ ਹੈ ਅਤੇ ਨਾ ਹੀ ਮੈਂ ਇਸ ਰਿਸ਼ਤੇ ਤੋਂ ਖੁਸ਼ ਹਾਂ। ਮੇਰੀ ਗੱਲ ਸੁਣ ਕੇ ਰਵੀ ਨੇ ਕਿਹਾ, ਤੁਹਾਨੂੰ ਕਿਸ ਨੇ ਕਿਹਾ ਕਿ ਮੈਂ ਵਿਆਹ ਵਰਗੇ ਰਿਸ਼ਤੇ ਨੂੰ ਨਹੀਂ ਸਮਝ ਸਕਾਂਗਾ। ਤੁਸੀਂ ਇਸ ਤਰ੍ਹਾਂ ਨਾ ਕਹੋ, ਮੈਨੂੰ ਬੁਰਾ ਲੱਗ ਰਿਹਾ ਹੈ। ਇਹ ਬੋਲ ਕੇ ਉਹ ਉੱਠ ਕੇ ਬਾਥਰੂਮ ਦੇ ਵਿੱਚ ਚਲਾ ਗਿਆ ਅਤੇ ਮੈਂ ਉੱਥੇ ਹੀ ਬੈਠੀ ਰਹਿ ਗਈ ਸੀ। ਸਾਰੀਆਂ
ਗੱਲਾਂ ਨੂੰ ਅਤੇ ਪਿਛਲੀ ਰਾਤ ਦੇ ਬਾਰੇ ਸੋਚਦੇ ਹੋਏ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਲਗਾਤਾਰ ਡਿੱਗ ਰਹੇ ਸਨ। ਅਜੇ ਵੀ ਰਵੀ ਬਾਥਰੂਮ ਦੇ ਵਿੱਚ ਹੀ ਸੀ ਕਿ ਸਾਡੇ ਕਮਰੇ ਦਾ ਦਰਵਾਜ਼ਾ ਖੜਕਿਆ। ਮੈਂ ਉੱਠ ਕੇ ਦਰਵਾਜ਼ੇ ਤੱਕ ਗਈ ਅਤੇ ਦੇਖਿਆ ਕਿ ਉਹਨਾਂ ਦੀ ਮੇਡ ਬਾਹਰ ਖੜੀ ਸੀ, ਮੈਂ ਸਾਨੂੰ ਨਾਸ਼ਤੇ ਦੇ ਲਈ ਬੁਲਾਉਣ ਦੇ ਲਈ। ਮੈਂ ਉਸ ਨੂੰ ਦੱਸਿਆ ਕਿ ਰਵੀ ਅਜੇ ਫਰੈਸ਼ ਹੋ ਰਿਹਾ ਹੈ, ਅਸੀਂ ਆ ਰਹੇ ਹਾਂ। ਇਹ ਕਹਿ ਕੇ ਉਹ ਚਲੀ ਗਈ। ਰਵੀ ਫਰੈਸ਼ ਹੋ ਕੇ ਆਇਆ। ਉਸ ਤੋਂ ਬਾਅਦ ਮੈਂ ਹੱਥ ਮੂੰਹ ਧੋਣ ਚਲੀ ਗਈ। ਜਦੋਂ ਮੈਂ ਹੱਥ ਮੂੰਹ ਧੋ ਕੇ ਬਾਹਰ ਆਈ ਤਾਂ ਮੈਂ ਰਵੀ ਨੂੰ ਕਿਹਾ, ਸਾਨੂੰ ਮੇਡ ਬੁਲਾਉਣ ਦੇ ਲਈ ਆਈ ਸੀ ਨਾਸ਼ਤੇ ਦੇ ਲਈ, ਆਂਟੀ ਬੁਲਾ ਰਹੀ ਹੈ। ਮੈਂ ਇਰਾਦਾ ਕਰ ਲਿਆ ਸੀ ਕਿ ਮੈਂ ਹੁਣ ਰਵੀ ਦੇ ਨਾਲ ਸਾਰਿਆਂ ਦੇ ਸਾਹਮਣੇ ਹੀ ਗੱਲ ਕਰਾਂਗੀ। ਹੇਠਾਂ ਜਾ ਕੇ ਮੈਂ ਦੇਖਿਆ ਤਾਂ ਮੇਰੇ ਮਾਂ ਤੇ ਪਾਪਾ ਵੀ ਆਏ ਹੋਏ ਸਨ। ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਰੋਣਾ ਆਇਆ, ਪਰ ਮੈਂ ਉਹਨਾਂ ਦੇ ਗੱਲ ਲੱਗੇ ਬਿਨਾਂ ਹੀ ਬੋਲਣਾ ਸ਼ੁਰੂ ਕੀਤਾ, ਮੈਂ ਇੱਥੇ ਨਹੀਂ ਰਹਿਣਾ, ਮੈਨੂੰ ਰਵੀ ਤੋਂ ਤਲਾਕ ਚਾਹੀਦਾ ਹੈ। ਮੇਰੇ ਇੰਨਾ ਕਹਿੰਦੇ ਹੀ ਮੇਰੀ ਮਾਂ ਨੇ ਮੇਰੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਕਿ ਪਹਿਲਾਂ ਇੰਨੀ ਬੇਇੱਜ਼ਤੀ ਕਰਾ ਚੁੱਕੀ ਹੈ, ਉਹ ਘੱਟ ਹੈ। ਲੱਛਮੀ ਆਂਟੀ ਨੇ ਮਾਂ ਨੂੰ ਰੋਕਦੇ ਹੋਏ ਕਿਹਾ, ਇਸ ਤਰ੍ਹਾਂ ਨਾ ਮਾਰੋ, ਇਹ ਹੁਣ ਤੁਹਾਡੀ ਬੇਟੀ ਨਹੀਂ, ਇਹ ਸਾਡੀ ਬਹੂ ਹੈ। ਮੈਂ ਫਿਰ ਵੀ ਚੁੱਪ ਨਹੀਂ ਰਹੀ। ਮੈਂ ਰਵੀ ਨੂੰ ਕਿਹਾ, ਮੈਨੂੰ ਹੁਣੇ ਇਸੇ ਸਮੇਂ ਹੀ ਤਲਾਕ ਦਿਓ, ਚਲੋ ਮੇਰੇ ਨਾਲ ਕੋਰਟ ਅਤੇ ਇਹ ਕੰਮ ਕਰੋ। ਮੇਰੀ ਗੱਲ ਸੁਣ ਕੇ ਉਹ ਬਿਲਕੁਲ ਚੁੱਪ ਸੀ। ਉਹ ਮੇਰਾ ਹੱਥ ਫੜ ਕੇ ਇੱਕ ਕਮਰੇ ਦੇ ਵਿੱਚ ਲੈ ਗਿਆ। ਜਿਵੇਂ ਹੀ ਉਸਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ, ਮੈਂ ਪਾਗਲ ਹੋ ਗਈ ਸੀ। ਹਰ ਜਗ੍ਹਾ ਤੇ ਮੇਰੀਆਂ ਹੀ ਫੋਟੋਆਂ ਸਨ। ਮੈਂ ਉਸਨੂੰ ਪੁੱਛਿਆ, ਇਹ ਸਭ ਕੁਝ ਕੀ ਹੈ? ਤਾਂ ਉਸਨੇ ਕਿਹਾ ਕਿ ਮੈਂ ਤੁਹਾਨੂੰ 8ਵੀਂ ਕਲਾਸ ਤੋਂ ਪਿਆਰ ਕਰਦਾ ਹਾਂ, ਤੁਸੀਂ ਮੇਰਾ ਸੱਚਾ ਪਿਆਰ ਹੋ, ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਜਦੋਂ ਤੁਸੀਂ ਕਿਸੇ ਹੋਰ ਦੇ ਲਈ ਦੁਲਹਨ ਬਣੇ ਸੀ ਤਾਂ ਮੈਨੂੰ ਲੱਗਿਆ ਸੀ ਕਿ ਮੈਂ ਮਰ ਜਾਵਾਂਗਾ ਅਤੇ ਮੇਰੇ ਦਿਲ ਦੇ ਵਿੱਚ ਇੱਕ ਚੀਸ ਉੱਠੀ ਸੀ, ਪੂਰੀ ਰਾਤ ਨੀਂਦ ਨਹੀਂ ਆਉਂਦੀ ਸੀ। ਜਦੋਂ ਤੁਸੀਂ ਕਿਸੇ ਹੋਰ ਦੇ ਨਾਲ ਵਿਆਹ ਕਰ ਰਹੇ ਸੀ ਤਾਂ ਮੇਰਾ ਦਿਲ ਰੋ ਰਿਹਾ ਸੀ। ਜਦੋਂ ਰੰਜਨ ਬਰਾਤ ਲੈ ਕੇ ਨਹੀਂ ਆਇਆ ਤਾਂ ਮੈਨੂੰ ਖੁਸ਼ੀ ਹੋ ਰਹੀ ਸੀ। ਤੁਹਾਨੂੰ ਮੇਰਾ ਪਿਆਰ ਕਿਉਂ ਨਹੀਂ ਦਿਖਿਆ? ਮੈਂ ਤੁਹਾਡੀ ਹਰ ਇੱਕ ਗੱਲ ਮੰਨੀ, ਫਿਰ ਵੀ ਤੁਹਾਨੂੰ ਮੇਰਾ ਪਿਆਰ ਕਿਉਂ ਨਹੀਂ ਦਿਖਿਆ? ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਅਜੀਬ ਲੱਗ ਰਿਹਾ ਸੀ। ਅਜਿਹੀਆਂ ਹੀ ਗੱਲਾਂ ਰੰਜਨ ਵੀ ਕਰਦਾ ਸੀ ਅਤੇ ਉਸਨੇ ਵੀ ਮੈਨੂੰ ਛੱਡ ਦਿੱਤਾ ਸੀ। ਮੈਂ ਆਪਣੇ ਕੰਨਾਂ ਤੇ ਹੱਥ ਰੱਖ ਲਿਆ ਅਤੇ ਜ਼ੋਰ ਦੀ ਚੀਕਣ ਲੱਗੀ, ਚੁੱਪ ਹੋ ਜਾਓ, ਚੁੱਪ ਹੋ ਜਾਓ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਰਵੀ ਤਾਂ ਅਜੇ ਸਿਰਫ 16 ਸਾਲ ਦਾ ਸੀ, ਉਸਨੇ ਅਜੇ ਤੱਕ ਕਾਲਜ ਵੀ ਪੂਰਾ ਨਹੀਂ ਕੀਤਾ ਸੀ, ਤਾਂ ਉਹ ਮੇਰੇ ਬਾਰੇ ਇਸ ਤਰ੍ਹਾਂ ਕਿਵੇਂ ਸੋਚ ਸਕਦਾ ਸੀ? ਮੈਨੂੰ ਲੱਗਿਆ ਕਿ ਉਹ ਮੈਨੂੰ ਸਿਰਫ ਇੱਕ ਟੀਚਰ ਦੇ ਰੂਪ ਦੇ ਵਿੱਚ ਗਿਫਟ ਦਿੰਦਾ ਹੈ। ਜੇਕਰ ਮੈਨੂੰ ਪਤਾ ਹੁੰਦਾ ਕਿ ਉਸ ਦੇ ਮਨ ਦੇ ਵਿੱਚ ਇਹ ਸਾਰੇ ਗੰਦੇ ਵਿਚਾਰ ਹਨ ਤਾਂ ਮੈਂ ਕਦੇ ਵੀ ਉਸ ਤੋਂ ਗਿਫਟ ਨਾ ਲੈਂਦੀ। ਮੈਂ ਸਮਝ ਨਹੀਂ ਸਕੀ ਸੀ ਕਿ ਮੈਂ ਆਪਣੇ ਦਿਲ ਦਾ ਬੋਝ ਕਿਸ ਦੇ ਨਾਲ ਵੰਡਾਂ। ਕੋਈ ਵੀ ਮੇਰਾ ਨਹੀਂ ਸੀ। ਮੇਰੇ ਮਾਤਾ ਪਿਤਾ ਨੇ ਵੀ ਮੈਨੂੰ ਛੱਡ ਦਿੱਤਾ ਸੀ। ਸਾਰਿਆਂ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਮੈਂ ਉੱਥੋਂ ਭੱਜ ਕੇ ਆਪਣੇ ਕਮਰੇ ਦੇ ਵਿੱਚ ਆ ਗਈ ਅਤੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ। ਰਾਤ ਹੋ ਗਈ ਸੀ, ਮੈਨੂੰ ਭੁੱਖ ਵੀ ਲੱਗ ਰਹੀ ਸੀ। ਮੈਂ ਸਵੇਰ ਤੋਂ ਕੁਝ ਵੀ ਨਹੀਂ ਖਾਧਾ ਸੀ। ਲੱਛਮੀ ਆਂਟੀ ਇੱਕ ਦੋ ਵਾਰ ਆਈ, ਦਰਵਾਜ਼ਾ ਖੜਕਾਇਆ, ਆਵਾਜ਼ ਦਿੱਤੀ, ਪਰ ਮੈਂ ਕੋਈ ਜਵਾਬ ਨਹੀਂ ਦਿੱਤਾ। ਇਸ ਵਾਰ ਮੈਨੂੰ ਚਾਬੀ ਦੇ ਨਾਲ ਦਰਵਾਜ਼ਾ ਖੋਲ੍ਹਣ ਦੀ ਆਵਾਜ਼ ਆਈ। ਦੇਖਿਆ ਤਾਂ ਰਵੀ ਸੀ। ਮੈਂ ਉਸੇ ਸਮੇਂ ਹੀ ਆਪਣਾ ਮੂੰਹ ਗੋਡਿਆਂ ਦੇ ਵਿੱਚ ਲੁਕੋ ਲਿਆ। ਉਹ ਮੇਰੇ ਕੋਲ ਆ ਕੇ ਬੈਠਿਆ ਅਤੇ ਉਸਨੇ ਮੇਰੀ ਬਾਂਹ ਤੇ ਹੱਥ ਰੱਖਿਆ, ਜਿਸ ਨੂੰ ਮੈਂ ਪਰੇ ਕਰ ਦਿੱਤਾ। ਉਸ ਸਮੇਂ ਹੀ ਉਹ ਮੈਨੂੰ ਕਹਿਣ ਲੱਗਿਆ ਕਿ ਮੇਰਾ ਹੱਥ ਪਰੇ ਨਾ ਕਰੋ ਜੋਤੀ, ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ। ਮੈਂ ਇਸ ਰਿਸ਼ਤੇ ਨੂੰ ਪੂਰੇ ਮਨ ਦੇ ਨਾਲ ਨਿਭਾਉਣਾ ਚਾਹੁੰਦਾ ਹਾਂ। ਮੈਂ ਆਪਣੇ ਆਪ ਨੂੰ ਇੱਕ ਚੰਗਾ ਪਤੀ ਸਾਬਿਤ ਕਰਨਾ ਚਾਹੁੰਦਾ ਹਾਂ। ਰਵੀ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਉਸ ਸਮੇਂ ਹੀ ਮੈਂ ਸਖਤੀ ਦੇ ਨਾਲ ਕਿਹਾ ਸੀ, ਇੱਥੋਂ ਚਲੇ ਜਾਓ, ਪਰ ਉਹ ਉੱਥੇ ਹੀ ਬੈਠਾ ਰਿਹਾ। ਉਸਨੇ ਆਪਣੀ ਮੇਡ ਨੂੰ ਆਵਾਜ਼ ਦੇ ਕੇ ਖਾਣਾ ਲਿਆਉਣ ਦੇ ਲਈ ਕਿਹਾ। ਕਰੀਬ 10 ਮਿੰਟ ਦੇ ਵਿੱਚ ਉਹ ਖਾਣਾ ਲੈ ਕੇ ਆ ਗਈ। ਰਵੀ ਨੇ ਮੇਰੇ ਮੂੰਹ ਦੇ ਸਾਹਮਣੇ ਬੁਰਕੀ ਕੀਤੀ, ਪਰ ਮੈਂ ਮੂੰਹ ਫੇਰ ਲਿਆ। ਮੇਰੀ ਇਸ ਹਰਕਤ ਤੇ ਰਵੀ ਮੇਰੇ ਤੇ ਗੁੱਸਾ ਹੋਇਆ, ਕਹਿਣ ਲੱਗਿਆ, ਚੁੱਪਚਾਪ ਖਾਣਾ ਖਾ ਲਓ। ਉਸ ਦਾ ਲਹਿਜਾ ਅਚਾਨਕ ਸਖਤ ਹੋ ਗਿਆ ਸੀ। ਉਸ ਦਾ ਸਖਤ ਲਹਿਜਾ ਦੇਖ ਕੇ ਮੈਂ ਹੈਰਾਨ ਹੋ ਗਈ ਅਤੇ ਉਸਦੇ ਵੱਲ ਦੇਖਣ ਲੱਗੀ। ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਲੱਗ ਹੀ ਜਨੂੰਨ ਸੀ, ਜਿਸ ਨੂੰ ਦੇਖ ਕੇ ਮੈਨੂੰ ਡਰ ਲੱਗਣ ਲੱਗਿਆ। ਚੁੱਪਚਾਪ ਖਾਣਾ ਖਾਣ ਲੱਗੀ। ਉਹ ਛੋਟੀਆਂ-ਛੋਟੀਆਂ ਬੁਰਕੀਆਂ ਬਣਾ ਕੇ ਮੇਰੇ ਮੂੰਹ ਦੇ ਵਿੱਚ ਪਾ ਰਿਹਾ ਸੀ ਅਤੇ ਮੈਂ ਬਿਨਾਂ ਕੁਝ ਕਹੇ ਖਾ ਰਹੀ ਸੀ। ਹੁਣ ਮੇਰੀ ਭੁੱਖ ਖਤਮ ਹੋ ਚੁੱਕੀ ਸੀ, ਪਰ ਮੈਂ ਫਿਰ ਵੀ ਉਸਦੇ ਸਾਹਮਣੇ ਕੁਝ ਨਹੀਂ ਬੋਲ ਸਕਦੀ ਸੀ। ਪਤਾ ਨਹੀਂ ਉਸਨੂੰ ਕਿਵੇਂ ਪਤਾ ਲੱਗਿਆ, ਉਸਨੇ ਖੁਦ ਹੀ ਆਪਣਾ ਹੱਥ ਰੋਕ ਲਿਆ ਅਤੇ ਪਲੇਟ ਸਾਈਡ ਟੇਬਲ ਤੇ ਰੱਖ ਕੇ ਕਮਰੇ ਤੋਂ ਬਾਹਰ ਚਲਾ ਗਿਆ। ਸਾਡੀ ਰੋਜ਼ ਦੀ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲ ਰਹੀ ਸੀ। ਸਾਡੀਆਂ ਥੋੜੀਆਂ ਬਹੁਤੀਆਂ ਗੱਲਾਂ ਹੁੰਦੀਆਂ, ਕਦੇ-ਕਦੇ ਬਹਿਸ ਹੋ ਜਾਂਦੀ, ਪਰ ਬਾਕੀ ਸਭ ਕੁਝ ਠੀਕ ਚੱਲ ਰਿਹਾ ਸੀ। ਉਹਦੇ ਘਰ ਵਾਲੇ ਮੇਰਾ ਬਹੁਤ ਖਿਆਲ ਰੱਖਦੇ ਸਨ ਅਤੇ ਉਹ ਵੀ ਮੇਰਾ ਬਹੁਤ ਖਿਆਲ ਰੱਖਦਾ ਸੀ। ਮੇਰੀ ਹਰ ਇੱਕ ਛੋਟੀ ਵੱਡੀ ਗੱਲ ਦਾ ਧਿਆਨ ਰੱਖਦਾ ਸੀ। ਇਸ ਤਰ੍ਹਾਂ ਹੀ ਕਾਫੀ ਸਮਾਂ ਲੰਘ ਗਿਆ। 1 ਸਾਲ ਹੋ ਗਿਆ। ਰਵੀ ਹੁਣ 18 ਸਾਲ ਦਾ ਹੋ ਗਿਆ ਸੀ। ਉਸਨੇ ਆਪਣਾ ਕਾਲਜ ਵੀ ਪੂਰਾ ਕਰ ਲਿਆ ਸੀ। ਮੈਂ ਉਸਨੂੰ ਪੇਪਰਾਂ ਦੀ ਤਿਆਰੀ ਕਰਵਾਈ ਸੀ ਅਤੇ ਉਸਨੇ ਕਾਫੀ ਚੰਗੇ ਨੰਬਰ ਲੈ ਕੇ ਆਂਦੇ ਸਨ। ਮੈਂ ਵੀ ਹੁਣ ਉਸਦੇ ਨਾਲ ਕਾਫੀ ਅਟੈਚ ਹੋ ਗਈ ਸੀ, ਜਾਂ ਫਿਰ ਇਹ ਕਹਿਣਾ ਸਹੀ ਰਹੇਗਾ ਕਿ ਮੈਨੂੰ ਉਸ ਦੀ ਆਦਤ ਹੋ ਗਈ ਸੀ। ਹਾਲਾਂਕਿ ਸਾਡੇ ਵਿਚਕਾਰ ਅਜੇ
ਅਜੇ ਤੱਕ ਪਤੀ ਪਤਨੀ ਵਾਲਾ ਕੋਈ ਵੀ ਰਿਸ਼ਤਾ ਨਹੀਂ ਬਣਿਆ ਸੀ ਅਤੇ ਮੈਂ ਅਜਿਹਾ ਕੁਝ ਚਾਹੁੰਦੀ ਵੀ ਨਹੀਂ ਸੀ। ਸ਼ਾਇਦ ਮੈਂ ਅਜੇ ਤੱਕ ਰਵੀ ਨੂੰ ਆਪਣਾ ਸਟੂਡੈਂਟ ਸਮਝ ਰਹੀ ਸੀ। ਮੈਂ ਚਾਹੁੰਦੀ ਸੀ ਕਿ ਰਵੀ ਆਪਣੇ ਪੈਰਾਂ ਤੇ ਖੜਾ ਹੋ ਜਾਵੇ। ਮੈਂ ਤਾਂ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ ਸੀ, ਪਰ ਮੈਂ ਚਾਹੁੰਦੀ ਸੀ ਕਿ ਉਹ ਪੜ੍ਹਾਈ ਪੂਰੀ ਕਰੇ। ਭਲਾ ਹੀ ਉਸਦੇ ਪਾਪਾ ਦਾ ਆਪਣਾ ਬਿਜ਼ਨਸ ਸੀ, ਪਰ ਅੱਗੇ ਜਾ ਕੇ ਰਵੀ ਨੇ ਹੀ ਉਸਨੂੰ ਸੰਭਾਲਣਾ ਸੀ। ਪਰ ਮੈਂ ਚਾਹੁੰਦੀ ਸੀ ਕਿ ਉਸ ਦਾ ਆਪਣਾ ਨਾਮ ਬਣੇ, ਉਹ ਖੁਦ ਕੁਝ ਕਰੇ ਅਤੇ ਉਹ ਵੀ ਮੇਰੀ ਇਸ ਇੱਛਾ ਨੂੰ ਪੂਰਾ ਕਰਨਾ ਚਾਹੁੰਦਾ ਸੀ। ਪਰ ਪਤਾ ਨਹੀਂ ਉਸ ਰਾਤ ਉਸਨੂੰ ਕੀ ਹੋ ਗਿਆ, ਥੋੜਾ ਅਜੀਬ ਲੱਗ ਰਿਹਾ ਸੀ। ਮੈਂ ਡਰੈਸਿੰਗ ਟੇਬਲ ਦੇ ਸਾਹਮਣੇ ਖੜੀ ਹੋ ਕੇ ਬਾਲ ਸੈੱਟ ਕਰ ਰਹੀ ਸੀ ਕਿ ਉਸ ਸਮੇਂ ਹੀ ਉਸਨੇ ਪਿੱਛੇ ਤੋਂ ਆ ਕੇ ਮੈਨੂੰ ਫੜ ਲਿਆ। ਮੈਨੂੰ ਲੱਗਿਆ ਕਿ ਇਹ ਥੋੜਾ ਨਾਰਮਲ ਹੈ, ਸ਼ਾਇਦ ਉਹ ਕੋਈ ਖੁਸ਼ੀ ਮੇਰੇ ਨਾਲ ਸਾਂਝੀ ਕਰਨਾ ਚਾਹੁੰਦਾ ਹੋਵੇ। ਪਰ ਉਸ ਤੋਂ ਬਾਅਦ ਉਸਨੇ ਜੋ ਕੁਝ ਵੀ ਕੀਤਾ ਉਹ ਨਾਰਮਲ ਨਹੀਂ ਸੀ, ਮੇਰੇ ਲਈ ਤਾਂ ਬਿਲਕੁਲ ਵੀ ਨਹੀਂ। ਉਸਦੀ ਇਸ ਹਰਕਤ ਤੇ ਮੇਰਾ ਹੱਥ ਖੁਦ ਹੀ ਉੱਠ ਗਿਆ ਅਤੇ ਉਸਦੀ ਗੱਲ ਤੇ ਨਿਸ਼ਾਨ ਛੱਡ ਗਿਆ। ਉਹ ਮੇਰੇ ਹੱਥ ਤੋਂ ਥੱਪੜ ਖਾ ਕੇ ਹੈਰਾਨੀ ਨਾਲ ਮੈਨੂੰ ਦੇਖਣ ਲੱਗਿਆ। ਉਸ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ। ਉਸਦੀਆਂ ਲਾਲ ਅੱਖਾਂ ਦੇਖ ਕੇ ਮੈਨੂੰ ਘਬਰਾਹਟ ਹੋਣ ਲੱਗੀ। ਮੈਂ ਅਜਿਹਾ ਨਹੀਂ ਚਾਹੁੰਦੀ ਸੀ ਕਿ ਮੈਂ ਉਸ ਤੇ ਹੱਥ ਚੱਕਾਂ, ਬਸ ਮੈਂ ਉਸਨੂੰ ਦੂਰ ਕਰਨਾ ਚਾਹੁੰਦੀ ਸੀ। ਮੈਂ ਉਸਨੂੰ ਕਿਹਾ, ਰਵੀ, ਮੈਂ ਤੁਹਾਡੇ ਨਾਲ ਅਜਿਹਾ ਕੋਈ ਰਿਸ਼ਤਾ ਨਹੀਂ ਬਣਾਉਣਾ ਚਾਹੁੰਦੀ। ਮੇਰੀ ਇਹ ਗੱਲ ਰਵੀ ਨੂੰ ਬਹੁਤ ਬੁਰੀ ਲੱਗੀ ਸੀ ਤਾਂ ਉਸਨੇ ਤੜਫਦੇ ਹੋਏ ਕਿਹਾ, ਤਾਂ ਫਿਰ ਕਦੋਂ ਤਿਆਰ ਹੋਵੋਗੇ ਤੁਸੀਂ? 1 ਸਾਲ ਹੋ ਗਿਆ ਹੈ ਸਾਡੇ ਵਿਆਹ ਨੂੰ, ਤੁਸੀਂ ਅਜੇ ਵੀ ਤਿਆਰ ਨਹੀਂ ਹੋ। ਤੁਸੀਂ ਅਜੇ ਵੀ ਉਸ ਰੰਜਨ ਦੇ ਨਾਲ ਪਿਆਰ ਕਰਦੇ ਹੋ। ਉਸਦੇ ਇਹ ਕਹਿੰਦੇ ਹੀ ਜਿਵੇਂ ਮੇਰਾ ਦਿਮਾਗ ਫਟਣ ਵਾਲਾ ਹੋ ਗਿਆ। ਇਹ ਕੀ ਬਕਵਾਸ ਕਰ ਰਹੇ ਹੋ ਤੁਸੀਂ? ਰਵੀ, ਆਪਣੀ ਹੱਦ ਦੇ ਵਿੱਚ ਰਹੋ। ਮੈਨੂੰ ਰਵੀ ਤੇ ਬਹੁਤ ਗੁੱਸਾ ਆ ਰਿਹਾ ਸੀ। ਮੇਰਾ ਬਸ ਨਹੀਂ ਚੱਲ ਰਿਹਾ ਸੀ ਕਿ ਮੈਂ ਰਵੀ ਦੇ ਨਾਲ ਕੁਝ ਕਰ ਬੈਠਦੀ। ਰਵੀ ਨੂੰ ਤਾਂ ਜਿਵੇਂ ਮੇਰੀ ਕੋਈ ਵੀ ਗੱਲ ਸਮਝ ਨਹੀਂ ਆ ਰਹੀ ਸੀ। ਫਿਰ ਉਹ ਥੋੜਾ ਸਖਤੀ ਦੇ ਨਾਲ ਬੋਲਿਆ ਸੀ ਕਿ ਮੈਂ ਆਪਣੀ ਹੱਦ ਦੇਖ ਲਈ ਹੈ। ਤੁਸੀਂ ਮੇਰੀ ਪਤਨੀ ਹੋ ਅਤੇ ਮੇਰਾ ਤੁਹਾਡੇ ਤੇ ਪੂਰਾ ਹੱਕ ਹੈ। ਉਸ ਦੀ ਗੱਲ ਸੁਣ ਕੇ ਮੈਂ ਗੁੱਸੇ ਦੇ ਵਿੱਚ ਕਿਹਾ, ਦੱਸੋ, ਤੁਸੀਂ ਮੇਰੀ ਕੋਈ ਜ਼ਿੰਮੇਵਾਰੀ ਚੱਕ ਸਕਦੇ ਹੋ? ਕੋਈ ਇੱਕ ਵੀ ਖਰਚਾ ਤੁਸੀਂ ਮੇਰਾ ਚੱਕ ਸਕਦੇ ਹੋ? ਆਪਣੇ ਪਾਪਾ ਤੋਂ ਬਿਨਾਂ ਤੁਸੀਂ ਮੈਨੂੰ ਉਹਨਾਂ ਦੇ ਪੈਸਿਆਂ ਤੇ ਪਾਲ ਰਹੇ ਹੋ। ਤੁਹਾਡੇ ਕੋਲ ਆਪਣਾ ਕੀ ਹੈ? ਤੁਸੀਂ ਅਜੇ ਤੱਕ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਹੈ। ਤਾਂ ਫਿਰ ਤੁਸੀਂ ਦੱਸੋ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਜੋ ਬੱਚੇ ਹੋਣਗੇ ਤੁਸੀਂ ਉਹਨਾਂ ਦੇ ਖਰਚੇ ਚੱਕ ਸਕਦੇ ਹੋ? ਕੀ ਤੁਸੀਂ ਉਹਨਾਂ ਨੂੰ ਆਪਣੇ ਦਮ ਤੇ ਪਾਲ ਸਕਦੇ ਹੋ? ਨਹੀਂ ਤਾਂ ਤੁਸੀਂ ਇੱਥੋਂ ਨਿਕਲ ਜਾਓ। ਮੈਂ ਉਸ ਨੂੰ ਮਹਿਸੂਸ ਕਰਵਾਉਣਾ ਚਾਹੁੰਦੀ ਸੀ ਕਿ ਸਿਰਫ ਵਿਆਹ ਦੇ ਨਾਲ ਹੀ ਸਭ ਕੁਝ ਨਹੀਂ ਹੋ ਜਾਂਦਾ। ਉਸ ਨੂੰ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣਾ ਪਵੇਗਾ। ਉਸ ਨੂੰ ਆਪਣੇ ਕੈਰੀਅਰ ਤੇ ਧਿਆਨ ਦੇਣਾ ਪਵੇਗਾ। ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਆਸਾਨੀ ਦੇ ਨਾਲ ਨਹੀਂ ਮਿਲਦੀ, ਉਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਮੈਂ ਨਹੀਂ ਚਾਹੁੰਦੀ ਸੀ ਕਿ ਬਿਨਾਂ ਮਿਹਨਤ ਦੇ ਰਵੀ ਨੂੰ ਸਭ ਕੁਝ ਮਿਲੇ। ਮੈਂ ਉਸਨੂੰ ਇੱਕ ਸਫਲ ਵਿਅਕਤੀ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੀ ਸੀ। ਇਸ ਕਰਕੇ ਮੈਂ ਉਸਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ ਸੀ। ਮੇਰੀਆਂ ਗੱਲਾਂ ਰਵੀ ਨੂੰ ਅੰਦਰੋਂ ਝੰਜੋੜ ਗਈਆਂ ਸਨ। ਇਸ ਕਰਕੇ ਹੀ ਉਹ ਬਿਨਾਂ ਕੁਝ ਕਹੇ ਕਮਰੇ ਤੋਂ ਬਾਹਰ ਚਲਾ ਗਿਆ ਤੇ ਦਰਵਾਜ਼ਾ ਜ਼ੋਰ ਦੇ ਨਾਲ ਬੰਦ ਕਰ ਦਿੱਤਾ ਸੀ। ਮੈਂ ਕਮਰੇ ਦੇ ਵਿੱਚ ਬੈਠ ਕੇ ਰੋਣ ਲੱਗੀ। ਉਸ ਰਾਤ ਦੇ ਬਾਅਦ ਉਸਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਮੇਰੇ ਲਈ ਵੀ ਇਹ ਚੰਗੀ ਗੱਲ ਸੀ ਕਿ ਰਵੀ ਆਪਣੀ ਪੜ੍ਹਾਈ ਤੇ ਫੋਕਸ ਕਰ ਰਿਹਾ ਸੀ। ਉਸਨੇ ਆਪਣੇ ਦੋਸਤਾਂ ਦੇ ਨਾਲ ਵੀ ਮਿਲਣਾ ਜੁਲਣਾ ਬੰਦ ਕਰ ਦਿੱਤਾ ਸੀ। 1 ਹਫ਼ਤਾ ਹੋ ਗਿਆ ਸੀ। ਉਸ ਰਾਤ ਤੋਂ ਬਾਅਦ ਰਵੀ ਨੇ ਮੈਨੂੰ ਇੱਕ ਸ਼ਬਦ ਵੀ ਨਹੀਂ ਕਿਹਾ ਸੀ। ਫਿਰ ਮੈਨੂੰ ਲੱਛਮੀ ਆਂਟੀ ਤੋਂ ਪਤਾ ਲੱਗਿਆ ਕਿ ਉਹ ਬਾਹਰ ਯੂਕੇ ਜਾ ਰਿਹਾ ਹੈ ਆਪਣੀ ਪੜ੍ਹਾਈ ਦੇ ਲਈ ਅਤੇ 10 ਦਿਨਾਂ ਬਾਅਦ ਉਸ ਦੀ ਫਲਾਈਟ ਹੈ। ਇਹ ਸੁਣ ਕੇ ਮੈਨੂੰ ਬਹੁਤ ਅਜੀਬ ਲੱਗਿਆ। ਉਹ ਤਾਂ ਮੈਨੂੰ ਆਪਣੀ ਹਰ ਇੱਕ ਛੋਟੀ ਵੱਡੀ ਗੱਲ ਦੱਸਦਾ ਸੀ, ਪਰ ਇਸ ਵਾਰ ਉਸਨੇ ਮੇਰੇ ਤੋਂ ਐਡੀ ਵੱਡੀ ਗੱਲ ਲੁਕੋਈ। ਇਹ ਕਿਵੇਂ ਹੋ ਸਕਦਾ ਸੀ? ਮੈਨੂੰ ਲੱਗਿਆ ਕਿ ਸ਼ਾਇਦ ਆਂਟੀ ਮੈਨੂੰ ਮਜ਼ਾਕ ਕਰ ਰਹੀ ਹੈ। ਉਹ ਮੇਰੇ ਬਿਨਾਂ ਨਹੀਂ ਰਹਿ ਸਕਦਾ, ਤਾਂ ਫਿਰ ਉਹ ਯੂਕੇ ਕਿਵੇਂ ਜਾ ਸਕਦਾ ਹੈ? ਮੈਂ ਆਂਟੀ ਦੀ ਗੱਲ ਨੂੰ ਸੀਰੀਅਸ ਨਹੀਂ ਲਿਆ, ਪਰ ਫਿਰ ਮੈਂ ਆਪਣੇ ਕਮਰੇ ਤੇ ਡਰਾਅਰ ਦੇ ਵਿੱਚ ਉਸ ਦਾ ਵੀਜ਼ਾ ਦੇਖਿਆ ਅਤੇ ਨਾਲ ਹੀ ਉਸ ਦੀਆਂ ਟਿਕਟਾਂ ਵੀ ਪਈਆਂ ਸਨ। ਮੈਂ ਬਹੁਤ ਬੇਚੈਨ ਹੋ ਗਈ। ਹੁਣ ਉਹ ਕਮਰੇ ਦੇ ਵਿੱਚ ਵੀ ਨਹੀਂ ਆਉਂਦਾ ਸੀ। ਉਹ ਸਿਰਫ ਕੱਪੜੇ ਬਦਲਣ ਅਤੇ ਫਰੈਸ਼ ਹੋਣ ਦੇ ਲਈ ਆਉਂਦਾ ਸੀ। ਰਵੀ ਦੇ ਜਾਣ ਦੇ ਬਾਰੇ ਸੁਣ ਕੇ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਮਨ ਅਚਾਨਕ ਤੋਂ ਪਰੇਸ਼ਾਨ ਹੋ ਗਿਆ ਸੀ। ਮੈਨੂੰ ਉਸ ਦਿਨ ਅਹਿਸਾਸ ਹੋਇਆ ਕਿ ਜਦੋਂ ਤੁਹਾਡਾ ਕੋਈ ਧਿਆਨ ਰੱਖਣ ਵਾਲਾ, ਤੁਹਾਨੂੰ ਪਿਆਰ ਕਰਨ ਵਾਲਾ ਤੁਹਾਡੇ ਜੀਵਨ ਦੇ ਵਿੱਚੋਂ ਗਾਇਬ ਹੋ ਜਾਵੇ ਤਾਂ ਉਹ ਕਿੰਨਾ ਦਰਦਨਾਕ ਹੁੰਦਾ ਹੈ। ਕਿਸੇ ਨੂੰ ਗਵਾਉਣ ਦਾ ਦੁੱਖ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਇਨਸਾਨ ਬਿਨਾਂ ਕਿਸੇ ਸਵਾਰਥ ਦੇ ਤੁਹਾਨੂੰ ਪਿਆਰ ਕਰੇ ਅਤੇ ਆਪਣੀ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰੇ, ਪਰ ਇੱਕ ਛੋਟੀ ਜਿਹੀ ਗਲਤੀ ਤੇ ਉਹ ਤੁਹਾਨੂੰ ਨਜ਼ਰ ਅੰਦਾਜ਼ ਕਰਨ ਲੱਗੇ। ਉਹ ਸਭ ਤੋਂ ਜ਼ਿਆਦਾ ਤਕਲੀਫਦੇਹ ਹੁੰਦਾ ਹੈ। ਇਨਸਾਨ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ। ਮੈਂ ਅੰਦਰ ਹੀ ਅੰਦਰ ਟੁੱਟ ਰਹੀ ਸੀ, ਪਰ ਮੈਂ ਰਵੀ ਨੂੰ ਦੱਸਣਾ ਨਹੀਂ ਚਾਹੁੰਦੀ ਸੀ। ਉਸ ਰਾਤ ਵੀ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਨਾ ਚਾਹੁੰਦੇ ਹੋਏ ਵੀ ਰਵੀ ਦੇ ਬਾਰੇ ਸੋਚ ਰਹੀ ਸੀ ਕਿ ਉਸ ਸਮੇਂ ਹੀ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ। ਮੈਂ ਅਚਾਨਕ ਬਿਸਤਰੇ ਤੋਂ ਉੱਠ ਕੇ ਬੈਠ ਗਈ। ਰਵੀ ਰਾਤ ਦੇ 3 ਵਜੇ ਕਮਰੇ ਦੇ ਵਿੱਚ ਆਇਆ ਅਤੇ ਅਲਮਾਰੀ ਦੇ ਵਿੱਚੋਂ ਆਪਣੇ ਕੱਪੜੇ ਕੱਢ ਕੇ ਬਾਥਰੂਮ ਦੇ ਵੱਲ ਜਾ ਰਿਹਾ ਸੀ। ਬਿਨਾਂ ਮੇਰੇ ਵੱਲ ਦੇਖੇ ਮੈਂ ਉਸਦੇ ਸਾਹਮਣੇ ਜਾ ਕੇ ਖੜੀ ਹੋ ਗਈ ਅਤੇ ਉਸ ਤੋਂ ਪੁੱਛਣ ਲੱਗੀ ਕਿ ਮੈਨੂੰ ਚੰਗਾ ਨਹੀਂ ਲੱਗ ਰਿਹਾ, ਤੁਸੀਂ ਮੈਨੂੰ ਇਗਨੋਰ ਕਰ ਰਹੇ ਹੋ। ਇਹ ਤੁਸੀਂ ਕਿਉਂ ਕਰ ਰਹੇ ਹੋ?
ਹੋ। ਰਵੀ ਤੁਸੀਂ ਬਾਹਰ ਜਾ ਰਹੇ ਹੋ। ਮੇਰੀ ਗੱਲ ਸੁਣ ਕੇ ਰਵੀ ਨੇ ਮੈਨੂੰ ਬਹੁਤ ਸਖਤ ਲਹਿਜੇ ਦੇ ਵਿੱਚ ਕਿਹਾ ਸੀ, ਇਹੀ ਤਾਂ ਤੁਸੀਂ ਚਾਹੁੰਦੇ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਉਸ ਨੂੰ ਰੋਕਣਾ ਵੀ ਚਾਹੁੰਦੀ ਸੀ ਪਰ ਮੈਂ ਚੁੱਪ ਖੜੀ ਸੀ। ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਸੱਚ ਕਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਜੋ ਜ਼ਿੰਦਗੀ ਮੈਂ ਜਿਉਂ ਰਿਹਾ ਹਾਂ ਉਹੀ ਸੱਚ ਹੈ, ਉਹੀ ਜ਼ਿੰਦਗੀ ਹੈ। ਪਰ ਨਹੀਂ ਜੋਤੀ, ਇਹ ਸਭ ਤਾਂ ਧੋਖਾ ਹੈ। ਮੈਂ ਤਾਂ ਅਜੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਹੈ। ਮੈਂ ਅਜੇ ਕਾਮਯਾਬ ਹੋਣਾ ਹੈ। ਪਿਆਰ ਮੁਹੱਬਤ ਤਾਂ ਜ਼ਿੰਦਗੀ ਦੇ ਵਿੱਚ ਹਰ ਇੱਕ ਸਫਲ ਵਿਅਕਤੀ ਨੂੰ ਮਿਲ ਹੀ ਜਾਂਦਾ ਹੈ, ਪਰ ਸਫਲਤਾ ਪ੍ਰਾਪਤ ਕਰਨ ਦੇ ਲਈ ਸਾਨੂੰ ਬਹੁਤ ਕੁਝ ਤਿਆਗਣਾ ਪੈਂਦਾ ਹੈ। ਉਹ ਇੰਨਾ ਕਹਿ ਕੇ ਉੱਥੋਂ ਚਲਾ ਗਿਆ ਸੀ ਅਤੇ ਮੈਂ ਹੈਰਾਨ ਪਰੇਸ਼ਾਨ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਰਵੀ ਮੇਰੇ ਨਾਲ ਮੇਰੇ ਰਿਸ਼ਤੇ ਤੋੜ ਕੇ ਗਿਆ ਸੀ ਜਾਂ ਫਿਰ ਉਸਨੂੰ ਸਮਝ ਆ ਗਈ ਸੀ ਕਿ ਜੋ ਕਦਮ ਉਸਨੇ ਚੱਕਿਆ ਸੀ ਉਹ ਸਿਰਫ ਇੱਕ ਜਜ਼ਬਾਤੀ ਕਦਮ ਸੀ, ਇਸ ਤੋਂ ਇਲਾਵਾ ਕੁਝ ਵੀ ਨਹੀਂ। ਰਵੀ ਤਾਂ ਬਾਹਰ ਚਲਾ ਗਿਆ ਸੀ ਪਰ ਮੇਰੀ ਜ਼ਿੰਦਗੀ ਨਰਕ ਬਣ ਚੁੱਕੀ ਸੀ ਅਤੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲੀ ਵੀ ਮੈਂ ਹੀ ਸੀ। ਮੈਂ ਇੰਨੇ ਲੋਕਾਂ ਦੇ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਸੀ। ਮੇਰੇ ਦਿਨ ਅਤੇ ਰਾਤ ਪਤਾ ਨਹੀਂ ਕਿਵੇਂ ਕੱਟ ਰਹੇ ਸਨ। ਮੇਰੇ ਕੋਲ ਜਿਉਣ ਦਾ ਕੋਈ ਮਕਸਦ ਨਹੀਂ ਸੀ, ਬਸ ਮੈਂ ਜਿਉਂ ਰਹੀ ਸੀ। ਕਦੇ ਮੈਂ ਆਪਣੇ ਇਕੱਲੇਪਨ ਤੋਂ ਬੋਰ ਹੋ ਜਾਂਦੀ ਤਾਂ ਮੈਂ ਆਪਣੇ ਮਾਤਾ ਪਿਤਾ ਦੇ ਘਰ ਚਲੀ ਜਾਂਦੀ, ਪਰ ਫਿਰ ਵੀ ਮੈਨੂੰ ਅਜਿਹਾ ਲੱਗਦਾ ਕਿ ਮੈਂ ਬਹੁਤ ਅਧੂਰੀ ਹਾਂ। ਇਸ ਤਰ੍ਹਾਂ ਹੀ ਮੇਰੇ ਜੀਵਨ ਦੇ 10 ਸਾਲ ਲੰਘ ਗਏ ਸਨ। ਰੰਜਨ ਮੈਨੂੰ ਪੂਰੀ ਤਰ੍ਹਾਂ ਤਬਾਹ ਤੇ ਬਰਬਾਦ ਕਰਕੇ ਚਲਾ ਗਿਆ ਸੀ ਅਤੇ ਅੱਧੀ ਜ਼ਿੰਦਗੀ ਰਵੀ ਦੇ ਨਾਲ ਵਿਆਹ ਕਰਕੇ ਬਰਬਾਦ ਹੋ ਗਈ ਸੀ। ਰਵੀ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਹੁਣ ਉਹ ਇੱਕ ਹਾਰਟ ਸਰਜਨ ਬਣ ਚੁੱਕਿਆ ਸੀ। ਉਹ ਉੱਥੇ UK ਦੇ ਵਿੱਚ ਹੀ ਜੌਬ ਕਰ ਰਿਹਾ ਸੀ ਅਤੇ ਉਸਨੇ ਆਪਣਾ ਚੰਗਾ ਭਲਾ ਨਾਮ ਵੀ ਬਣਾ ਲਿਆ ਸੀ। ਉਸ ਦੀ ਪਰਸਨੈਲਿਟੀ ਬਿਲਕੁਲ ਬਦਲ ਗਈ ਸੀ, ਬੋਲਣ ਦਾ ਤਰੀਕਾ ਵੀ ਬਦਲ ਗਿਆ ਸੀ। ਉਹ ਕਦੇ ਕਦੇ ਲక్ష్ਮੀ ਆਂਟੀ ਨੂੰ ਫੋਨ ਕਰਦਾ ਸੀ, ਵੀਡੀਓ ਕਾਲ ਤੇ ਮੈਂ ਉਸ ਨੂੰ ਦੇਖ ਲਿਆ ਕਰਦੀ ਸੀ। ਹੁਣ ਉਹ ਹੋਰ ਵੀ ਖੂਬਸੂਰਤ ਹੋ ਗਿਆ ਸੀ। ਉਸ ਦੇ ਨੈਣ ਨਕਸ਼ ਬਹੁਤ ਪਿਆਰੇ ਬਣ ਗਏ ਸਨ। ਉਸ ਦੇ ਪਾਪਾ ਉਸ ਨੂੰ 1.5 ਸਾਲ ਤੋਂ ਵਾਪਸ ਆਉਣ ਦੇ ਲਈ ਕਹਿ ਰਹੇ ਸਨ, ਪਰ ਉਹ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕਰ ਦਿੰਦਾ ਸੀ। ਹੁਣ ਲక్ష్ਮੀ ਆਂਟੀ ਦੀ ਸਿਹਤ ਬਹੁਤ ਖਰਾਬ ਰਹਿਣ ਲੱਗੀ ਸੀ। ਡਾਕਟਰ ਨੇ ਉਹਨਾਂ ਨੂੰ ਹਾਰਟ ਦੀ ਸਰਜਰੀ ਦੀ ਸਲਾਹ ਦਿੱਤੀ ਸੀ ਅਤੇ ਉਹ ਇਹ ਸਰਜਰੀ ਆਪਣੇ ਬੇਟੇ ਰਵੀ ਤੋਂ ਹੀ ਕਰਵਾਉਣਾ ਚਾਹੁੰਦੀ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਰਵੀ ਨੂੰ ਮਨਾ ਕੇ ਵਾਪਸ ਬੁਲਾ ਲਵਾਂ। ਉਹਨਾਂ ਦੀ ਹਾਲਤ ਦੇਖ ਕੇ ਮੈਂ ਉਸ ਨੂੰ ਫੋਨ ਲਗਾਇਆ ਅਤੇ ਗਲਤੀ ਦੇ ਨਾਲ ਵੀਡੀਓ ਕਾਲ ਲੱਗ ਗਈ। ਉਹ ਕਾਲ ਮੈਂ ਲక్ష్ਮੀ ਆਂਟੀ ਦੇ ਫੋਨ ਤੋਂ ਹੀ ਕੀਤੀ ਸੀ। ਜੋ ਉਸ ਤੋਂ ਬਾਅਦ ਮੈਂ ਦੇਖਿਆ ਉਹ ਮੇਰੇ ਦਿਮਾਗ ਦੇ ਵਿੱਚ ਵੀ ਨਹੀਂ ਸੀ। ਰਵੀ ਦੇ ਘਰ ਦੇ ਵਿੱਚ 2 ਬੱਚੇ ਸਨ ਅਤੇ ਉਹਨਾਂ ਦੇ ਵਿੱਚੋਂ ਇੱਕ ਬੱਚੇ ਨੇ ਉਹ ਫੋਨ ਚੱਕ ਲਿਆ ਸੀ। ਮੈਂ ਜਿਵੇਂ ਹੀ ਰਵੀ ਦੇ ਬਾਰੇ ਪੁੱਛਿਆ ਤਾਂ ਉਹ ਬੱਚਾ ਮੈਨੂੰ ਕਹਿਣ ਲੱਗਿਆ, ਪਾਪਾ ਅੰਸ਼ੂ ਦੇ ਨਾਲ ਖੇਡ ਰਹੇ ਹਨ। ਰਵੀ ਨੇ ਇੱਥੋਂ ਜਾ ਕੇ ਦੂਜਾ ਵਿਆਹ ਕਰ ਲਿਆ ਸੀ ਅਤੇ ਮੈਂ ਤਾਂ ਪਾਗਲਾਂ ਦੀ ਤਰ੍ਹਾਂ 10 ਸਾਲ ਤੋਂ ਉਸ ਦਾ ਇੰਤਜ਼ਾਰ ਕਰ ਰਹੀ ਸੀ। ਇਹ ਸਭ ਕੁਝ ਦੇਖ ਕੇ ਮੈਨੂੰ ਬਹੁਤ ਰੋਣਾ ਆ ਰਿਹਾ ਸੀ, ਪਰ ਮੈਂ ਆਪਣੇ ਆਪ ਤੇ ਕਾਬੂ ਕੀਤਾ ਅਤੇ ਉਸ ਨੂੰ ਲక్ష్ਮੀ ਆਂਟੀ ਦੀ ਸਿਹਤ ਦੇ ਬਾਰੇ ਦੱਸ ਕੇ ਤੁਰੰਤ ਫੋਨ ਕੱਟ ਦਿੱਤਾ। ਵੀਡੀਓ ਕਾਲ ਕੱਟ ਕਰਦੇ ਹੀ ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰਾ ਦਿਮਾਗ ਬਿਲਕੁਲ ਸੁੰਨ ਹੋ ਗਿਆ ਸੀ ਕਿ ਉਹ ਮੇਰੇ ਨਾਲ ਇਹ ਸਭ ਕੁਝ ਕਰ ਸਕਦਾ ਸੀ। ਉਹ ਮੇਰੇ ਨਾਲ ਪਿਆਰ ਕਰਦਾ ਸੀ ਨਾ, ਜਾਂ ਫਿਰ ਰਵੀ ਵੀ ਰੰਜਨ ਦੀ ਤਰ੍ਹਾਂ ਹੀ ਨਿਕਲਿਆ ਤੇ ਰਵੀ ਨੇ ਵੀ ਮੈਨੂੰ ਧੋਖਾ ਦਿੱਤਾ ਕਿ ਮੇਰੀ ਕਿਸਮਤ ਦੇ ਵਿੱਚ ਧੋਖਾ ਹੀ ਲਿਖਿਆ ਹੋਇਆ ਸੀ ਜਾਂ ਮੈਂ ਹੀ ਬੁਰੀ ਸੀ। ਉਸ ਦਿਨ ਰੋ ਰੋ ਕੇ ਮੇਰਾ ਬੁਰਾ ਹਾਲ ਹੋ ਗਿਆ ਸੀ। ਮੇਰੇ ਸਾਹ ਤੱਕ ਰੁਕ ਰਹੇ ਸਨ। ਪਰ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਕਦੇ ਕਿਸੇ ਦੇ ਲਈ ਨਹੀਂ ਰਹਾਂਗੀ, ਆਪਣੇ ਆਪ ਨੂੰ ਮਜ਼ਬੂਤ ਕਰਾਂਗੀ। ਰਵੀ ਦੇ ਜਾਣ ਤੋਂ ਬਾਅਦ ਮੈਂ ਵੀ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਹੁਣ ਮੈਂ ਚਾਹੁੰਦੀ ਸੀ ਕਿ ਮੈਂ ਨੌਕਰੀ ਕਰਾਂ ਅਤੇ ਆਪਣੇ ਖਰਚੇ ਖੁਦ ਚੱਕਾਂ। ਮੈਂ ਸੋਚ ਲਿਆ ਸੀ ਕਿ ਮੈਂ ਹੁਣ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਾਂਗੀ ਅਤੇ ਰਵੀ ਨੂੰ ਹਮੇਸ਼ਾ ਦੇ ਲਈ ਛੱਡ ਦਿਆਂਗੀ। ਇਹੀ ਸੋਚਦੇ ਸੋਚਦੇ ਅਤੇ ਰੋਂਦੇ ਰੋਂਦੇ ਮੈਂ ਉਸ ਰਾਤ ਸੌਂ ਗਈ। ਜਦੋਂ ਮੈਂ ਸਵੇਰੇ ਉੱਠੀ ਤਾਂ ਘਰ ਦੇ ਵਿੱਚ ਇੱਕ ਅਲੱਗ ਹੀ ਮਾਹੌਲ ਸੀ। ਸਾਰੇ ਰਵੀ ਦੇ ਘਰ ਆਉਣ ਤੇ ਬਹੁਤ ਖੁਸ਼ ਸਨ ਅਤੇ ਲక్ష్ਮੀ ਆਂਟੀ ਤਾਂ ਜਿਵੇਂ ਆਪਣੀਆਂ ਸਾਰੀਆਂ ਤਕਲੀਫਾਂ ਭੁੱਲ ਗਈ ਸੀ। ਮੇਰੇ ਮਾਤਾ ਪਿਤਾ ਵੀ ਆ ਗਏ ਸਨ। ਉਹ ਵੀ ਆਪਣੇ ਜਵਾਈ ਦੀ ਵਾਪਸੀ ਅਤੇ ਉਸ ਦੀ ਸਫਲਤਾ ਤੋਂ ਬਹੁਤ ਖੁਸ਼ ਸਨ। ਅਗਲੀ ਸਵੇਰ ਹੀ ਰਵੀ ਘਰ ਵਾਪਸ ਆ ਗਿਆ ਸੀ, ਪਰ ਮੈਂ ਉਸ ਦੇ ਸਵਾਗਤ ਦੇ ਲਈ ਆਪਣੇ ਕਮਰੇ ਤੋਂ ਬਾਹਰ ਨਹੀਂ ਆਈ। ਉਹ ਆਪਣੇ ਨਾਲ ਆਪਣੇ ਪਰਿਵਾਰ ਨੂੰ ਵੀ ਲੈ ਕੇ ਆਇਆ ਸੀ, ਜਿਸ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਬੱਚੀ ਅਤੇ ਇੱਕ ਸੁੰਦਰ ਜਿਹਾ ਲੜਕਾ ਵੀ ਸੀ। ਸ਼ਾਇਦ ਉਹਨਾਂ ਦੀ ਮਾਂ ਨਹੀਂ ਆਈ ਸੀ। ਇਹ ਗੱਲ ਮੈਨੂੰ ਘਰ ਦੀ ਨੌਕਰਾਣੀ ਨੇ ਦੱਸੀ, ਕਿਉਂਕਿ ਮੈਂ ਅਜੇ ਤੱਕ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ। ਮੈਂ ਉਸਨੂੰ ਪੁੱਛਿਆ ਵੀ ਕਿ ਕਿਸੇ ਨੇ ਮੇਰਾ ਜ਼ਿਕਰ ਕੀਤਾ ਤਾਂ ਉਸਨੇ ਸਿਰ ਹਿਲਾ ਕੇ ਨਹੀਂ ਕਿਹਾ। ਹੁਣ ਰਾਤ ਦੇ ਖਾਣੇ ਦਾ ਸਮਾਂ ਹੋ ਗਿਆ ਸੀ ਅਤੇ ਮੈਨੂੰ ਬੁਲਾਉਣ ਦੇ ਲਈ ਕੋਈ ਨਹੀਂ ਆਇਆ ਸੀ। ਮੈਂ ਖੁਦ ਹੀ ਖਾਣੇ ਦੇ ਟੇਬਲ ਤੇ ਚਲੀ ਗਈ। ਸਾਰੇ ਆਪਣੀਆਂ ਗੱਲਾਂ ਦੇ ਵਿੱਚ ਮਸਤ ਸਨ ਅਤੇ ਰਵੀ
ਰਵੀ ਨੇ ਵੀ ਬਸ ਹਾਲ ਚਾਲ ਪੁੱਛਿਆ ਅਤੇ ਆਰਾਮ ਦੇ ਨਾਲ ਆਪਣਾ ਖਾਣਾ ਖਾਣ ਲੱਗਿਆ। ਇਹ ਸਭ ਕੁਝ ਦੇਖ ਕੇ ਮੈਨੂੰ ਰੋਣਾ ਤਾਂ ਆਇਆ, ਪਰ ਮੈਂ ਆਪਣੇ ਆਪ ਤੇ ਕਾਬੂ ਕੀਤਾ। ਇਹ ਬੱਚੇ ਵੀ ਮੈਨੂੰ ਜ਼ਹਿਰ ਦੀ ਤਰ੍ਹਾਂ ਲੱਗ ਰਹੇ ਸਨ। ਰਵੀ ਇੰਨਾ ਨਾਰਮਲ ਵਿਵਹਾਰ ਕਰ ਰਿਹਾ ਸੀ, ਮੈਨੂੰ ਉਸ ਤੇ ਬਹੁਤ ਗੁੱਸਾ ਆ ਰਿਹਾ ਸੀ। ਮੈਂ ਆਪਣਾ ਖਾਣਾ ਵਿਚਕਾਰ ਛੱਡ ਕੇ ਜਾਣ ਲੱਗੀ। ਉਸ ਸਮੇਂ ਹੀ ਰਵੀ ਨੇ ਮੈਨੂੰ ਰੋਕ ਲਿਆ। ਜੋਤੀ, ਖਾਣਾ ਪੂਰਾ ਖਾ ਕੇ ਜਾਓ, ਇਸ ਤਰ੍ਹਾਂ ਪਲੇਟ ਦੇ ਵਿੱਚ ਖਾਣਾ ਨਹੀਂ ਛੱਡਦੇ। ਮੈਂ ਉਸ ਦੀ ਗੱਲ ਨੂੰ ਅਣਸੁਣਿਆ ਕਰਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ। ਉਸੇ ਸਮੇਂ ਹੀ ਉਹ ਬੱਚੀ ਕਮਰੇ ਦੇ ਵਿੱਚ ਆਈ ਅਤੇ ਕਹਿਣ ਲੱਗੀ, ਮੰਮੀ ਇਸ ਤਰ੍ਹਾਂ ਖਾਣਾ ਵਿਚਕਾਰ ਨਹੀਂ ਛੱਡਦੇ। ਉਸਨੇ ਮੇਰੇ ਹੱਥ ਤੇ ਆਪਣਾ ਛੋਟਾ ਜਿਹਾ ਹੱਥ ਰੱਖਿਆ ਅਤੇ ਮੈਨੂੰ ਖਿੱਚ ਕੇ ਆਪਣੇ ਨਾਲ ਲੈ ਕੇ ਜਾਣ ਲੱਗੀ। ਮੈਂ ਉਸਦਾ ਹੱਥ ਆਪਣੇ ਹੱਥ ਦੇ ਵਿੱਚੋਂ ਛਡਵਾ ਲਿਆ ਅਤੇ ਗੁੱਸੇ ਦੇ ਨਾਲ ਕਿਹਾ, ਜਾਓ ਆਪਣੇ ਪਾਪਾ ਦੇ ਕੋਲ, ਮੈਂ ਨਹੀਂ ਖਾਣਾ। ਪਰ ਉਹ ਵੀ ਬਹੁਤ ਜਿੱਦੀ ਸੀ, ਮੈਨੂੰ ਆਪਣੇ ਨਾਲ ਲਿਜਾ ਕੇ ਹੀ ਮੰਨੀ। ਜਦੋਂ ਮੈਂ ਹੇਠ ਆਈ ਤਾਂ ਸਾਰੇ ਟੇਬਲ ਤੇ ਹੀ ਬੈਠੇ ਸਨ ਅਤੇ ਸਾਰਿਆਂ ਨੇ ਖਾਣਾ ਖਾ ਲਿਆ ਸੀ। ਮੇਰਾ ਖਾਣਾ ਪਲੇਟ ਦੇ ਵਿੱਚ ਉਵੇਂ ਹੀ ਰੱਖਿਆ ਹੋਇਆ ਸੀ। ਮੈਂ ਆਪਣੀ ਜਗ੍ਹਾ ਤੇ ਜਾ ਕੇ ਬੈਠ ਗਈ ਅਤੇ ਖਾਣਾ ਖਾਣ ਲੱਗੀ। ਰਵੀ ਲਗਾਤਾਰ ਮੈਨੂੰ ਹੀ ਦੇਖ ਰਿਹਾ ਸੀ। ਕੀ ਚੱਲ ਰਿਹਾ ਹੈ ਅੱਜ ਕੱਲ੍ਹ ਤੁਹਾਡੀ ਲਾਈਫ ਦੇ ਵਿੱਚ? ਰਵੀ ਦਾ ਇਹ ਸਵਾਲ ਮੈਨੂੰ ਕੁਝ ਅਜੀਬ ਲੱਗਿਆ, ਪਰ ਮੈਂ ਵੀ ਚੁੱਪ ਰਹੀ। ਪਰ ਰਵੀ ਵਾਰ-ਵਾਰ ਮੈਨੂੰ ਗੱਲ ਕਰਨ ਦੇ ਲਈ ਉਕਸਾ ਰਿਹਾ ਸੀ। ਉਸ ਸਮੇਂ ਹੀ ਮੈਂ ਗੁੱਸੇ ਦੇ ਵਿੱਚ ਉਸਨੂੰ ਕਿਹਾ, ਤੁਸੀਂ ਆਪਣੇ ਕੰਮ ਤੋਂ ਕੰਮ ਰੱਖੋ, ਆਪਣੀ ਫੈਮਿਲੀ ਦੇ ਵਿੱਚ ਧਿਆਨ ਦਿਓ, ਜੋ ਤੁਸੀਂ ਬਾਹਰ ਤੋਂ ਲੈ ਕੇ ਆਏ ਹੋ। ਮੇਰੀ ਗੱਲ ਸੁਣ ਕੇ ਰਵੀ ਨਰਮ ਲਹਿਜੇ ਦੇ ਵਿੱਚ ਮੈਨੂੰ ਕਹਿਣ ਲੱਗਿਆ, ਜੋਤੀ ਤਮੀਜ਼ ਦੇ ਨਾਲ ਗੱਲ ਕਰੋ, ਬੱਚੇ ਬੈਠੇ ਹੋਏ ਹਨ ਸਾਹਮਣੇ। ਮੈਂ ਕਿਹਾ, ਹਾਂ ਤਾਂ ਮੈਂ ਕੀ ਕਰਾਂ, ਤੁਹਾਡੇ ਬੱਚੇ ਹਨ, ਮੇਰਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਪਣੇ ਬੱਚਿਆਂ ਨੂੰ ਆਪਣੇ ਤੱਕ ਸੀਮਿਤ ਰੱਖੋ ਅਤੇ ਮੇਰੇ ਤੋਂ ਦੂਰ ਰਹੋ ਅਤੇ ਮੇਰੀ ਜਾਨ ਛੱਡ ਦਿਓ, ਤਲਾਕ ਦੇ ਦਿਓ ਮੈਨੂੰ ਅਤੇ ਆਪਣੇ ਬੱਚਿਆਂ ਨੂੰ ਵੀ ਮੇਰੇ ਤੋਂ ਦੂਰ ਰੱਖੋ। ਮੈਂ ਸਭ ਕੁਝ ਬੋਲ ਕੇ ਡਾਈਨਿੰਗ ਰੂਮ ਤੋਂ ਬਾਹਰ ਚਲੀ ਗਈ ਅਤੇ ਘਰ ਤੋਂ ਵੀ ਬਾਹਰ ਚਲੀ ਗਈ ਸੀ। ਮੈਨੂੰ ਬਹੁਤ ਰੋਣਾ ਆ ਰਿਹਾ ਸੀ ਅਤੇ ਆਪਣੇ ਆਪ ਤੇ ਗੁੱਸਾ ਵੀ ਕਿ ਮੈਂ ਆਪਣੀ ਜ਼ਿੰਦਗੀ ਇੱਕ ਅਜਿਹੇ ਬੰਦੇ ਦੇ ਨਾਲ ਬਰਬਾਦ ਕਰ ਦਿੱਤੀ ਜੋ ਕਦੇ ਮੇਰਾ ਸੀ ਹੀ ਨਹੀਂ। ਮੈਨੂੰ ਨਹੀਂ ਪਤਾ ਸੀ ਕਿ ਮੈਂ ਰੋਂਦੀ ਹੋਈ ਕਿੱਥੇ ਜਾ ਰਹੀ ਸੀ ਕਿ ਉਸ ਸਮੇਂ ਹੀ ਰਵੀ ਵੀ ਮੇਰੇ ਪਿੱਛੇ ਪਿੱਛੇ ਬਾਹਰ ਆ ਗਿਆ। ਮੈਂ ਜਲਦੀ ਜਲਦੀ ਚੱਲ ਰਹੀ ਸੀ ਜਦੋਂ ਉਸਨੇ ਮੇਰਾ ਹੱਥ ਜ਼ੋਰ ਦੀ ਫੜ ਕੇ ਆਪਣੇ ਵੱਲ ਖਿੱਚਿਆ ਤੇ ਕਿਹਾ ਕਿ ਇਹ ਕੀ ਬਕਵਾਸ ਕਰਕੇ ਆਈ ਹੋ ਤੂੰ ਅੰਦਰ ਸਾਰਿਆਂ ਦੇ ਸਾਹਮਣੇ? ਤੁਹਾਨੂੰ ਥੋੜੀ ਜਿਹੀ ਵੀ ਅਕਲ ਨਹੀਂ ਹੈ? ਤੁਸੀਂ ਇਹ ਵੀ ਨਹੀਂ ਦੇਖਿਆ ਕਿ ਬੱਚੇ ਅੰਦਰ ਬੈਠੇ ਹੋਏ ਸਨ, ਕੀ ਸੋਚ ਰਹੇ ਹੋਣਗੇ? ਉਹ ਰਵੀ ਨੂੰ ਅਜੇ ਵੀ ਆਪਣੇ ਬੱਚਿਆਂ ਦੀ ਪਰਵਾਹ ਸੀ। ਇਹ ਸੋਚ ਕੇ ਹੀ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ। ਉਸ ਸਮੇਂ ਹੀ ਮੈਂ ਸਖਤ ਲਹਿਜੇ ਦੇ ਵਿੱਚ ਕਿਹਾ ਸੀ, ਜੋ ਵੀ ਸੋਚਣ ਤੁਹਾਡੇ ਬੱਚੇ ਹਨ, ਮੈਨੂੰ ਕੀ ਪਰਵਾਹ। ਮੇਰਾ ਜੀ ਕਰਦਾ ਸੀ ਕਿ ਮੈਂ ਰਵੀ ਨੂੰ ਮਾਰ ਦਿਆਂ। ਜੋਤੀ, ਘਰ ਚਲੋ, ਇੱਥੇ ਤਮਾਸ਼ਾ ਕਰਨ ਦੀ ਜ਼ਰੂਰਤ ਨਹੀਂ। ਰਵੀ ਨੇ ਇਹ ਬੋਲ ਕੇ ਮੇਰਾ ਹੱਥ ਜ਼ੋਰ ਦੀ ਖਿੱਚਿਆ ਅਤੇ ਮੈਨੂੰ ਅੰਦਰ ਦੇ ਵੱਲ ਲੈ ਕੇ ਜਾਣ ਲੱਗਿਆ। ਉਸਨੇ ਮੈਨੂੰ ਕਮਰੇ ਦੇ ਵਿੱਚ ਲਿਜਾ ਕੇ ਬੈੱਡ ਤੇ ਧੱਕਾ ਦੇ ਦਿੱਤਾ ਅਤੇ ਦਰਵਾਜ਼ਾ ਲੌਕ ਕਰ ਦਿੱਤਾ। ਇਹ ਕੀ ਤਰੀਕਾ ਹੈ ਰਵੀ? ਮੈਂ ਤੁਹਾਡੀ ਕੋਈ ਨੌਕਰਾਨੀ ਨਹੀਂ ਹਾਂ ਜੋ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਵ ਕਰੋ। ਮੈਂ ਜਿੰਨਾ ਰਵੀ ਦੇ ਨਾਲ ਗੁੱਸੇ ਦੇ ਵਿੱਚ ਗੱਲ ਕਰ ਰਹੀ ਸੀ, ਰਵੀ ਓਨਾ ਹੀ ਪਿਆਰ ਦੇ ਨਾਲ ਮੇਰੇ ਨਾਲ ਪੇਸ਼ ਆ ਰਿਹਾ ਸੀ। ਉਸ ਸਮੇਂ ਹੀ ਉਹ ਮੈਨੂੰ ਸਮਝਾਉਂਦੇ ਹੋਏ ਕਹਿਣ ਲੱਗਿਆ, ਮੈਨੂੰ ਪਤਾ ਹੈ ਜੋਤੀ, ਤੁਸੀਂ ਮੇਰੀ ਨੌਕਰਾਨੀ ਨਹੀਂ ਹੋ ਅਤੇ ਨਾ ਹੀ ਮੈਂ ਤੁਹਾਨੂੰ ਕਦੇ ਨੌਕਰਾਨੀ ਬਣਾ ਸਕਦਾ ਹਾਂ। ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਸੀਂ ਹਮੇਸ਼ਾ ਤੋਂ ਉਸ ਪਿਆਰ ਦਾ ਗਲਤ ਫਾਇਦਾ ਚੱਕਦੇ ਹੋ। ਰਵੀ ਦੇ ਇਸ ਇਲਜ਼ਾਮ ਤੇ ਮੈਂ ਹੈਰਾਨ ਹੋ ਗਈ ਸੀ ਕਿ ਉਸ ਸਮੇਂ ਹੀ ਮੈਂ ਉਸਨੂੰ ਕਿਹਾ ਸੀ ਕਿ ਮੈਨੂੰ ਵੀ ਹੁਣ ਪਤਾ ਲੱਗ ਗਿਆ ਹੈ ਕਿ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ। ਇਹ ਜੋ 2 ਬੱਚੇ ਲੈ ਕੇ ਆਏ ਹੋ, ਇਹੀ ਤਾਂ ਹੈ ਤੁਹਾਡੇ ਪਿਆਰ ਦਾ ਸਬੂਤ। ਮੇਰੀ ਗੱਲ ਸੁਣ ਕੇ ਉਹ ਮੈਨੂੰ ਕਹਿ ਰਿਹਾ ਸੀ, ਕੀ ਕਹਿਣਾ ਚਾਹ ਰਹੇ ਹੋ ਤੁਸੀਂ? ਮੈਂ ਵੀ ਸਖਤ ਲਹਿਜੇ ਦੇ ਵਿੱਚ ਉਸ ਨੂੰ ਕਿਹਾ ਸੀ, ਤੁਸੀਂ ਬਿਨਾਂ ਮੇਰੇ ਹੀ ਪਰਿਵਾਰ ਬਣਾ ਲਿਆ, ਵਿਆਹ ਵੀ ਕਰ ਲਿਆ, ਬੱਚੇ ਵੀ ਕਰ ਲਏ ਅਤੇ ਮੈਂ ਅਜੇ ਤੱਕ ਉੱਥੇ ਦੀ ਉੱਥੇ ਹੀ ਹਾਂ। ਅੱਜ ਮੈਨੂੰ ਰਵੀ ਦੇ ਨਾਲ ਬਹੁਤ ਸਾਰੀਆਂ ਸ਼ਿਕਾਇਤਾਂ ਸਨ। ਬਿਨਾਂ ਸੋਚੇ ਸਮਝੇ ਮੈਂ ਇਹ ਸਭ ਕੁਝ ਬੋਲ ਰਹੀ ਸੀ। ਮੈਂ ਸ਼ਾਇਦ ਆਪਣੇ ਦਿਲ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ। ਮੈਂ ਉਸਨੂੰ ਹਰ ਉਹ ਗੱਲ ਦੱਸਣਾ ਚਾਹੁੰਦੀ ਸੀ ਕਿ ਮੈਂ ਉਸਦੇ ਬਿਨਾਂ ਕਿੰਨਾ ਸਮਾਂ ਗੁਜ਼ਾਰਿਆ ਸੀ। ਮੈਂ ਪੂਰੀ ਰਾਤ ਸੌਂਦੀ ਨਹੀਂ ਸੀ। ਜੇਕਰ ਉਹ ਮੈਨੂੰ ਇੰਨਾ ਪਿਆਰ ਕਰਦਾ ਸੀ ਤਾਂ ਉਹ ਮੈਨੂੰ ਰੋਂਦਾ ਹੋਇਆ ਛੱਡ ਕੇ ਕਿਉਂ ਚਲਾ ਗਿਆ? ਮੇਰੀਆਂ ਗੱਲਾਂ ਤੋਂ ਰਵੀ ਵੀ ਪਰੇਸ਼ਾਨ ਹੋ ਚੁੱਕਿਆ ਸੀ ਕਿ ਉਸ ਸਮੇਂ ਹੀ ਮੈਨੂੰ ਕਹਿਣ ਲੱਗਿਆ, ਜਾਣਦਾ ਹਾਂ ਜੋਤੀ, ਮੈਂ ਗਲਤ ਕੀਤਾ, ਪਰ ਮੈਨੂੰ ਤੁਹਾਡੀਆਂ ਉਹ ਗੱਲਾਂ ਬਹੁਤ ਬੁਰੀਆਂ ਲੱਗੀਆਂ ਸਨ ਜਦੋਂ ਤੁਸੀਂ ਮੈਨੂੰ ਠੁਕਰਾਇਆ ਸੀ। ਕਿ ਮੈਂ ਇਹ ਡਿਜ਼ਰਵ ਕਰਦਾ ਸੀ? ਹਾਂ, ਮੈਂ ਮੰਨਦਾ ਹਾਂ ਕਿ ਮੈਂ ਯੋਗ ਨਹੀਂ ਸੀ, ਪਰ ਫਿਰ ਵੀ ਮੈਂ ਤੁਹਾਡਾ ਪਿਆਰ ਡਿਜ਼ਰਵ ਕਰਦਾ ਸੀ। ਮੈਂ ਤੁਹਾਡੇ ਨਾਲ ਪਿਆਰ ਕਰਦਾ ਸੀ। ਤੁਹਾਡੇ ਠੁਕਰਾਉਣ ਨੇ ਮੈਨੂੰ ਤੋੜ ਦਿੱਤਾ ਸੀ। ਤਾਂ ਮੈਂ ਇਹ ਸਭ ਕੁਝ ਕਿਵੇਂ ਕੀਤਾ? ਮੈਨੂੰ ਹੀ ਪਤਾ ਹੈ। ਤੁਸੀਂ ਇਹਨਾਂ 10 ਸਾਲਾਂ ਦੇ ਵਿੱਚ ਬਹੁਤ ਤਕਲੀਫਾਂ ਝੱਲੀਆਂ ਹਨ
ਜਿੰਨਾ ਤੁਸੀਂ ਤੜਫੇ ਹੋ ਉਸ ਤੋਂ ਜ਼ਿਆਦਾ ਮੈਂ ਤੜਫਿਆ ਹਾਂ। ਤੁਸੀਂ ਤਾਂ ਮੈਨੂੰ ਪਿਆਰ ਵੀ ਨਹੀਂ ਕਰਦੇ ਸੀ, ਪਰ ਮੈਂ ਤੁਹਾਡੇ ਪਿਆਰ ਦੇ ਵਿੱਚ ਪਾਗਲ ਸੀ। ਅਤੇ ਇਹ ਮੇਰੇ ਬੱਚੇ ਨਹੀਂ ਹਨ ਜੋਤੀ, ਇਹ ਮੇਰੇ ਦੋਸਤ ਦੇ ਬੱਚੇ ਹਨ। ਉਹਨਾਂ ਦੇ ਮੰਮੀ ਪਾਪਾ ਦੀ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਤੋਂ ਇਹ ਮੇਰੇ ਨਾਲ ਰਹਿ ਰਹੇ ਹਨ। 3 ਸਾਲ ਹੋ ਗਏ ਹਨ ਇਹਨਾਂ ਨੂੰ ਮੇਰੇ ਨਾਲ ਰਹਿੰਦੇ ਹੋਏ। ਇਹਨਾਂ ਦੀ ਸਾਰੀ ਜ਼ਿੰਮੇਵਾਰੀ ਮੈਂ ਚੱਕੀ ਹੋਈ ਹੈ। ਰਵੀ ਦੀਆਂ ਗੱਲਾਂ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ। 10 ਸਾਲਾਂ ਦੀ ਦੂਰੀ 10 ਮਿੰਟ ਦੇ ਵਿੱਚ ਪਾਰ ਨਹੀਂ ਹੋ ਸਕਦੀ ਸੀ ਕਿ ਉਸ ਸਮੇਂ ਹੀ ਮੈਂ ਉਸਨੂੰ ਕਿਹਾ ਸੀ ਕਿ ਤੁਸੀਂ ਝੂਠ ਬੋਲ ਰਹੇ ਹੋ। ਮੈਨੂੰ ਪਤਾ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਦੀ ਮੰਮੀ ਵੀ ਇੱਥੇ ਆ ਜਾਵੇਗੀ ਅਤੇ ਉਸ ਸਮੇਂ ਤੁਸੀਂ ਮੈਨੂੰ ਛੱਡ ਦਿਓਗੇ। ਮੇਰੀ ਗੱਲ ਸੁਣ ਕੇ ਰਵੀ ਨੇ ਆਪਣੀ ਜੇਬ ਦੇ ਵਿੱਚੋਂ ਮੋਬਾਈਲ ਕੱਢਿਆ ਤੇ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਦੀ ਫੋਟੋ ਦਿਖਾਉਣ ਲੱਗਿਆ। ਉਹ ਦੇਖ ਕੇ ਮੈਨੂੰ ਯਕੀਨ ਹੋ ਚੁੱਕਿਆ ਸੀ ਅਤੇ ਇਸ ਤਰ੍ਹਾਂ ਸਾਡੀ ਸਲਾਹ ਹੋ ਗਈ ਅਤੇ ਉਸ ਰਾਤ ਅਸੀਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜੋ ਅਸੀਂ ਇੰਨੇ ਸਾਲਾਂ ਤੋਂ ਇੱਕ ਦੂਜੇ ਲਈ ਤੜਫ ਰਹੇ ਸੀ। ਹੁਣ ਅਸੀਂ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਗੁਜ਼ਾਰ ਰਹੇ ਹਾਂ। ਅੰਸ਼ੂ ਅਤੇ ਸਿਧਾਰਥ ਉਹਨਾਂ ਬੱਚਿਆਂ ਦੇ ਨਾਮ ਹੀ ਹਨ ਜੋ ਉਹ ਯੂਕੇ ਤੋਂ ਲੈ ਕੇ ਆਇਆ ਸੀ। ਹੁਣ ਉਹ ਵੀ ਵੱਡੇ ਹੋ ਗਏ ਹਨ। ਉਹਨਾਂ ਦੀ ਅੱਜ 6ਵੀਂ ਕਲਾਸ ਦਾ ਰਿਜ਼ਲਟ ਵੀ ਆਇਆ ਸੀ ਅਤੇ ਸਾਡੀ ਆਪਣੀ ਇੱਕ ਬੇਟੀ ਵੀ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਾਂ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਰਵੀ ਵਰਗਾ ਪਤੀ ਮਿਲਿਆ। ਰੰਜਨ ਮੇਰੀ ਕਿਸਮਤ ਦੇ ਵਿੱਚ ਨਹੀਂ ਸੀ, ਇਸ ਕਰਕੇ ਮੈਂ ਰਵੀ ਦੇ ਨਾਲ ਮਿਲੀ। ਭਲਾ ਹੀ ਉਹ ਮੇਰੇ ਨਾਲੋਂ ਉਮਰ ਦੇ ਵਿੱਚ ਛੋਟਾ ਸੀ, ਪਰ ਉਸਨੇ ਮੇਰਾ ਹਮੇਸ਼ਾ ਸਾਥ ਦਿੱਤਾ ਅਤੇ ਮੇਰੀ ਹਰ ਇੱਕ ਇੱਛਾ ਪੂਰੀ ਕੀਤੀ। ਪਰਮਾਤਮਾ ਸਭ ਨੂੰ ਰਵੀ ਵਰਗਾ ਪਤੀ ਦੇਵੇ। ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।